ਦੋਸਤੋ ਹਾਜ਼ਰ ਹਾਂ ਆਪਣੀ ਇਸ ਲੜੀ ਦੀ ਤੀਸਰੀ ਵੀਡੀਓ ਰਿਪੋਰਟ ਲੈ ਕੇ। ਪਹਿਲੀ ਰਿਪੋਰਟ ਦੇ ਵਿੱਚ ਮੈਂ ਗੱਲ ਸਿੱਖ ਹੋਮਲੈਂਡ ਦੀ ਕੀਤੀ ਸੀ, ਦੇਸ਼ ਦੀ ਵੰਡ ਦੀ ਕੀਤੀ ਸੀ। ਦੂਸਰੀ ਰਿਪੋਰਟ ਦੇ ਵਿੱਚ ਕਿਸ ਤਰੀਕੇ ਨਾਲ ਉਹੀ ਸਿੱਖ ਹੋਮਲੈਂਡ ਦੀ ਜਿਹੜੀ ਮੰਗ ਸੀ ਉਹ ਪੰਜਾਬੀ ਸੂਬੇ ਦੀ ਮੰਗ ਵਿੱਚ ਬਦਲ ਗਈ ਸੀ, ਉਸ ਦਾ ਚਰਚਾ ਹੋਇਆ ਸੀ। ਤੇ ਅੱਜ ਆਪਾਂ ਪੰਜਾਬੀ ਸੂਬਾ ਮੂਵਮੈਂਟ ਦੀ ਗੱਲ ਕਰਾਂਗੇ। ਕਿਸ ਤਰੀਕੇ ਨਾਲ ਇਹ ਪੰਜਾਬੀ ਸੂਬਾ ਮੂਵਮੈਂਟ ਪੰਜਾਬ ਦੇ ਵਿੱਚ ਤਕਰੀਬਨ 10 ਸਾਲ ਤੱਕ ਚੱਲੀ, ਜਿਸ ਤੋਂ ਬਾਅਦ ਕਿ ਅੱਜ ਦਾ ਪੰਜਾਬ, ਉਹ ਮਾਡਰਨ ਪੰਜਾਬ ਜੋ ਆਪਾਂ ਵੇਖ ਰਹੇ ਹਾਂ, ਉਹ ਹੋਂਦ ਵਿੱਚ ਆਇਆ ਸੀ, ਜਿਸ ਨੂੰ ਕਿ ਇੱਕ ਵੱਡਾ ਪੰਜਾਬ ਨਾ ਮੰਨ ਕੇ ਇੱਕ ਸੂਬੀ ਮੰਨਿਆ ਜਾਂਦਾ ਹੈ। 1955 ਤੱਕ ਅਸੀਂ ਪਹੁੰਚੇ ਸੀ ਤੇ ਜਿਵੇਂ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਵੱਲੋਂ ਪੰਜਾਬ ਦੀ ਮੰਗ ਜਿਹੜੀ ਸੀ ਖਾਰਜ ਕਰਤੀ ਗਈ ਸੀ। ਮਈ ਜੂਨ 1955 ਆਉਂਦਿਆਂ ਸਿੱਖ ਲੀਡਰਸ਼ਿਪ ਦੇ ਮਨਾਂ ਦੇ ਵਿੱਚ ਜਿਹੜਾ ਗੁੱਸਾ ਸੀ, ਆਕਰੋਸ਼ ਸੀ, ਉਸਨੇ ਇੱਕ ਮੂਵਮੈਂਟ ਦੀ ਸ਼ਕਲ ਲੈ ਲਈ ਸੀ। ਹਾਲਾਂਕਿ ਰਸਮੀ ਤੌਰ ਤੇ ਜਿਹੜੀ ਵੱਡੀ ਪਹਿਲੀ ਪੰਜਾਬੀ ਸੂਬਾ ਕਾਨਫਰੰਸ ਮੰਨੀ ਜਾਂਦੀ ਹੈ ਉਹ ਅਕਤੂਬਰ 1958 ਵਿੱਚ ਸੰਤ ਫਤਿਹ ਸਿੰਘ ਦੀ ਅਗਵਾਈ ਹੇਠ ਮੰਨੀ ਜਾਂਦੀ ਹੈ। ਲੇਕਿਨ 1955 ਦੇ ਵਿੱਚ ਵੀ ਸ਼ੁਰੂਆਤ ਹੋ ਚੁੱਕੀ ਸੀ ਤੇ ਜਿਹੜੇ ਨਾਰੇ ਲੱਗਣੇ ਸ਼ੁਰੂ ਹੋ ਚੁੱਕੇ ਸਨ। ਇੱਕ ਪਾਸੇ ਪੰਜਾਬੀ ਸੂਬਾ ਜਿੰਦਾਬਾਦ, ਪੰਜਾਬੀ ਸੂਬਾ ਲੈ ਕੇ ਰਹਾਂਗੇ, ਤੇ ਦੂਸਰੇ ਪਾਸੇ ਮਹਾ ਪੰਜਾਬ। ਇਹ ਨਾਰੇ ਜਿਹੜੇ ਸੀ ਇਹ ਪੰਜਾਬ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਿੰਦੂ ਸਨ ਜਾਂ ਹਿੰਦੂ ਲੀਡਰ, ਆਰਿਆ ਸਮਾਜ ਜਾਂ ਫਿਰ ਜਨਸੰਘ ਦੇ ਲੀਡਰ ਅੱਗੇ ਲੱਗ ਕੇ ਜਥੇਬੰਦੀਆਂ ਨੂੰ ਲੀਡ ਕਰ ਰਹੇ ਹੁੰਦੇ ਸਨ, ਉਹ ਲਾਇਆ ਕਰਦੇ ਸਨ। ਸੋ ਅਲੱਗ-ਅਲੱਗ ਨਾਰੇ ਸਨ। ਇੱਕ ਐਸਾ ਸਮਾਂ ਆਇਆ ਸੀ ਜਦੋਂ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਸੀ ਉਸ ਵਕਤ ਉਸ ਨੂੰ ਭੀਮ ਸੈਨ ਸੱਚਰ ਹੀ ਸਨ। ਮੁੱਖ ਮੰਤਰੀ ਨੂੰ ਬੈਨ ਲਾਣਾ ਪਿਆ ਸੀ। ਪੰਜਾਬੀ ਸੂਬਾ ਜਿੰਦਾਬਾਦ ਦੇ ਜਿਹੜੇ ਨਾਰੇ ਲੱਗਦੇ ਸਨ ਜਾਂ ਫਿਰ ਮਹਾ ਪੰਜਾਬ ਦੇ ਨਾਰੇ ਲੱਗਦੇ ਸਨ, ਉਹਨਾਂ ਉੱਤੇ ਇੱਕ ਤਰੀਕੇ ਦਾ ਬੈਨ ਜਿਹੜਾ ਸੀ ਉਸ ਨੂੰ ਵੀ ਲਾਤਾ ਜਾਂਦਾ ਸੀ। ਤੇ ਫਿਰ ਉਸੀ ਨਾਰੇ ਨੂੰ ਲਾਉਣ ਦੇ ਕਾਰਨ ਜਾਂ ਲਾਉਣ ਦੇ ਹੀ ਵਿਉਂਤਬੰਦੀ ਦੇ ਤਹਿਤ ਸੈਂਕੜਾਂ ਦੀ ਤਾਦਾਦ ਦੇ ਵਿੱਚ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹਰ ਰੋਜ਼ ਜਿਹੜੇ ਅਕਾਲੀ ਵਰਕਰ, ਅਕਾਲੀ ਮਰਜ਼ੀਵੜੇ ਵਾਲੰਟੀਅਰ ਜਿਹੜੇ ਸਨ ਉਹ ਗ੍ਰਿਫਤਾਰੀਆਂ ਦਿਆ ਕਰਦੇ ਸਨ। ਇਹਨਾਂ ਹਾਲਾਤਾਂ ਦੇ ਚੱਲਦਿਆਂ ਹੀ ਜੁਲਾਈ 1955 ਦੇ ਵਿੱਚ ਉਹ ਘਟਨਾ ਘਟੀ। ਪਹਿਲੇ ਹਫ਼ਤੇ ਜੁਲਾਈ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਪੁਲਿਸ ਦੇ ਸੈਂਕੜਾਂ ਦੀ ਗਿਣਤੀ ਦੇ ਵੀ ਜਿਹੜੇ ਜਵਾਨ ਸਨ, ਸਿਪਾਹੀ ਸਨ, ਉਹਨਾਂ ਨੇ ਜੂਤਿਆਂ ਦੇ ਨਾਲ ਐਂਟਰ ਕੀਤਾ, ਦਰਬਾਰ ਸਾਹਿਬ ਦੇ ਵਿੱਚ ਐਂਟਰੀ ਲਈ, ਕਿਉਂਕਿ ਇਸ ਵਕਤ ਜਿਹੜਾ ਮਾਹੌਲ ਸੀ ਉੱਥੇ ਉਹ ਇੱਕ ਵੱਖਰੇ ਕਿਸਮ ਦਾ ਬਣ ਚੁੱਕਾ ਸੀ। ਸਿਸਟਮ ਇਹ ਹੋਇਆ ਕਰਦਾ ਸੀ ਵੀ ਉੱਥੇ ਜਿਹੜੇ ਅਕਾਲੀ ਕਾਰਕੁਨ, ਮਰਜ਼ੀਵੜੇ ਵਾਲੰਟੀਅਰ ਹੋਇਆ ਕਰਦੇ ਸਨ, ਉਹ ਜਾਇਆ ਕਰਦੇ ਸਨ ਅਕਾਲ ਤਖਤ ਸਾਹਿਬ ਦੇ ਸਾਹਮਣੇ ਨਤਮਸਤਕ ਹੋ ਕੇ ਫਿਰ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਛੱਡਦੇ ਹੋਏ, ਜਕਾਰੇ ਛੱਡਦੇ ਹੋਏ ਇਹ ਲੋਕ ਸ਼ਹਿਰ ਦੇ ਵਿੱਚੋਂ ਲੰਘਿਆ ਕਰਦੇ ਸਨ, ਜਿਸ ਤੋਂ ਬਾਅਦ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ, ਜੇਲ੍ਹਾਂ ਭਰੀਆਂ ਜਾਂਦੀਆਂ ਸਨ। ਸੋ ਇਹ ਤਰੀਕਾ, ਇਹ ਜਿਹੜਾ ਸਿਸਟਮ ਹੈ ਉਹ ਆਮ ਹੋ ਚੁੱਕਾ ਸੀ। ਲੇਕਿਨ ਉਸ ਦਿਨ ਇੱਕ ਵੱਡੀ ਲਾਮਬੰਦੀ ਦੇ ਡਰ ਤੋਂ ਡੀਆਈਜੀ ਜਿਹੜੇ ਉਸ ਵਕਤ ਅਸ਼ਵਨੀ ਕੁਮਾਰ ਹੁੰਦੇ ਸਨ, ਉਹਨਾਂ ਨੇ ਸੈਂਕੜਾਂ ਦੀ ਗਿਣਤੀ ਦੇ ਵਿੱਚ ਸਿਪਾਹੀਆਂ ਨੂੰ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਗ੍ਰਿਫਤਾਰੀਆਂ ਕਰਨ ਦੇ ਆਦੇਸ਼ ਦਿੱਤੇ, ਜਿਸ ਤੋਂ ਬਾਅਦ ਕਿ ਗ੍ਰਿਫਤਾਰੀਆਂ ਵੀ ਹੋਈਆਂ ਤੇ ਇਸ ਦਾ ਬਹੁਤ ਹੀ ਜ਼ਿਆਦਾ ਵਿਰੋਧ ਜਿਹੜਾ ਸੀ ਉਹ ਹਰ ਪਾਸੇ, ਨਿੰਦਿਆ ਜਿਹੜੀ ਸੀ ਉਹ ਹੋਈ। ਬਾਅਦ ਦੇ ਵਿੱਚ ਦੱਸਿਆ ਇਹ ਵੀ ਜਾਂਦਾ ਵੀ ਜਿਹੜੇ ਮੁੱਖ ਮੰਤਰੀ ਭੀਮ ਸੈਨ ਸੱਚਰ ਸਨ, ਉਹਨਾਂ ਨੂੰ ਐਸਜੀਪੀਸੀ ਦੇ ਨਾਲ ਕੁਝ ਮਹੀਨਿਆਂ ਬਾਅਦ ਉਹਨਾਂ ਦੀ ਇੱਕ ਬੈਠਕ ਹੋਈ ਡੈਲੀਗੇਸ਼ਨ ਵੱਲੋਂ। ਉਹਨਾਂ ਦੇ ਕਹਿਣ ਤੇ ਫਿਰ ਭੀਮ ਸੈਨ ਸੱਚਰ ਉਹਨਾਂ ਵੱਲੋਂ ਜਾ ਕੇ ਮਾਫੀ ਵੀ ਜਿਹੜੀ ਸੀ ਉਹ ਅਕਾਲ ਤਖਤ ਸਾਹਿਬ, ਦਰਬਾਰ ਸਾਹਿਬ ਮੰਗੀ ਗਈ। ਖੈਰ, ਇਸ ਤੋਂ ਅੱਗੇ ਜਿਹੜੀ ਪੰਜਾਬੀ ਮੂਵਮੈਂਟ ਹੈ ਉਸਨੇ ਹੋਰ ਤੇਜ਼ੀ ਫੜਨੀ ਹੁੰਦੀ ਹੈ, ਕਿਉਂਕਿ ਇਹ ਜਿਹੜੀ ਗੱਲਾਂ ਬਾਤਾਂ ਹੋ ਰਹੀਆਂ ਹੁੰਦੀਆਂ ਨੇ। ਇਸ ਦੌਰਾਨ ਦਸੰਬਰ 1955 ਦੇ ਵਿੱਚ ਇੱਕ ਬਹੁਤ ਵੱਡੀ ਇੱਕ ਜਿਹੜੇ ਅਕਾਲੀ ਕਾਨਫਰੰਸ ਹੈ ਉਸ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਨੂੰ ਕਿ ਇੱਕ ਮੁਕਾਬਲੇ ਦੇ ਵਜੋਂ ਕਾਂਗਰਸ ਦੇ ਅੰਮ੍ਰਿਤਸਰ ਦੇ ਵਿੱਚ ਹੋਣ ਵਾਲੇ ਸੈਸ਼ਨ ਦਾ ਮੁਕਾਬਲੇ ਦੇ ਵਜੋਂ ਇੱਕ ਸ਼ਕਤੀ ਪ੍ਰਦਰਸ਼ਨ ਦੇ ਰੂਪ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਐਸਾ ਮੌਕਾ ਹੁੰਦਾ ਜਦੋਂ ਕਿ ਅੰਮ੍ਰਿਤਸਰ ਦੇ ਵਿੱਚ ਤਿੰਨ ਵੱਡੀਆਂ ਜਿਹੜੀਆਂ ਕਾਨਫਰੰਸਾਂ ਹੋ ਰਹੀਆਂ ਹੁੰਦੀਆਂ। ਇੱਕ ਪਾਸੇ ਕਾਂਗਰਸ ਆਪਣਾ ਸੈਸ਼ਨ ਕਰ ਰਹੀ ਹੁੰਦੀ ਹੈ, ਅਕਾਲੀਆਂ ਦੀ ਕਾਨਫਰੰਸ ਹੁੰਦੀ ਹੈ, ਤੇ ਤੀਸਰੇ ਪਾਸੇ ਹਿੰਦੂ ਜਥੇਬੰਦੀਆਂ ਵੱਲੋਂ ਵੀ ਇੱਕ ਮਹਾਸਭਾ ਜਿਹੜੀ ਹੈ ਬੁਲਾਈ ਜਾਂਦੀ ਹੈ। ਇਸ ਕਾਨਫਰੰਸ ਵਿੱਚ ਸ਼ਕਤੀ ਪ੍ਰਦਰਸ਼ਨ ਦੇ ਰੂਪ ਵਿੱਚ ਅਕਾਲੀ ਕਾਨਫਰੰਸ ਇੱਕ ਬਹੁਤ ਹੀ ਵੱਡਾ ਸਾਈਕੋਲੋਜੀਕਲ ਜਿਹੜਾ ਮਾਨਸਿਕ ਦਬਾਅ ਹੈ ਉਸ ਨੂੰ ਬਣਾਉਣ ਵਿੱਚ ਕਾਮਯਾਬ ਹੋਈ ਹੁੰਦੀ ਹੈ। ਅਕਾਲੀ ਦਲ ਦੀ ਕਾਨਫਰੰਸ ਐਡੀ ਕਾਮਯਾਬ ਹੁੰਦੀ ਹੈ ਵੀ ਉਸਦੇ ਸਾਹਮਣੇ ਕਾਂਗਰਸ ਜਾਂ ਫਿਰ ਹਿੰਦੂ ਜਿਹੜੀ ਜਥੇਬੰਦੀਆਂ ਵੱਲੋਂ ਸੱਦੀਆਂ ਗਈਆਂ ਕਾਨਫਰੰਸਾਂ ਹੁੰਦੀਆਂ ਨੇ ਉਹ ਬੌਣੀਆਂ ਲੱਗ ਰਹੀਆਂ ਹੁੰਦੀਆਂ ਨੇ। ਇੱਕ ਬਹੁਤ ਹੀ ਜ਼ਬਰਦਸਤ ਜਿਹੜਾ ਪ੍ਰਦਰਸ਼ਨ ਹੈ, ਜਕਾਰੇ ਤੇ ਜਿਹੜੇ ਨਾਰੇ ਛੱਡਦੇ ਹੋਏ ਪੰਜਾਬੀ ਸੂਬੇ ਦੇ ਹੱਕ ਵਿੱਚ ਜਦੋਂ ਅੰਮ੍ਰਿਤਸਰ ਦੇ ਵਿੱਚ ਨਿਕਲਦਾ ਹੈ, ਇੱਕ ਮਾਹੌਲ ਐਸਾ ਬਣ ਜਾਂਦਾ ਹੈ, ਜਿਸ ਤੋਂ ਬਾਅਦ ਕਿ ਕਾਂਗਰਸ, ਜਿਸ ਦੀ ਕਿ ਪੂਰੀ ਚੋਟੀ ਦੀ ਲੀਡਰਸ਼ਿਪ ਉਸ ਵਕਤ ਪੂਰੇ ਦੇਸ਼ ਭਰ ਤੋਂ ਅੰਮ੍ਰਿਤਸਰ ਦੇ ਵਿੱਚ ਆਈ ਹੁੰਦੀ ਹੈ, ਉਹ ਅਕਾਲੀ ਕਾਨਫਰੰਸ ਦਾ ਤੇ ਇਸ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ, ਜਮਾਵੜਾ ਤੇ ਪੰਜਾਬੀ ਸੂਬੇ ਦੀ ਐਡੀ ਵੱਡੀ ਹਮਾਇਤ ਤੇ ਐਡਾ ਵੱਡਾ ਸਪੋਰਟ ਬੇਸ ਦੇਖ ਕੇ ਹਿਲ ਚੁੱਕੀ ਹੁੰਦੀ ਹੈ। ਇਸ ਤੋਂ ਬਾਅਦ ਦੱਸਿਆ ਜਾਂਦਾ ਵੀ ਕੇਂਦਰ ਸਰਕਾਰ ਬਹੁਤ ਹੀ ਛੇਤੀ ਤੇਜ਼ੀ ਕਰਦੀ ਹੈ ਇੱਕ ਰੀਜਨਲ ਫਾਰਮੂਲਾ ਡਿਵਾਈਸ ਕਰਨ ਦੇ ਵਿੱਚ। ਇੱਕ ਰੀਜਨਲ ਫਾਰਮੂਲਾ ਜਿਹੜਾ ਡਿਵਾਈਸ ਕੀਤਾ ਜਾਂਦਾ ਹੈ, ਇਸ ਰੀਜਨਲ ਫਾਰਮੂਲੇ ਦੇ ਤਹਿਤ ਇੱਕ ਬਹੁਤ ਹੀ ਅਹਿਮ ਜਿਹੜਾ ਪ੍ਰਪੋਜ਼ਲ ਹੈ ਉਸ ਨੂੰ ਮੂਟ ਕੀਤਾ ਜਾਂਦਾ ਹੈ, ਜਿਸ ਲਈ ਕਿ ਅਕਾਲੀ ਦਲ ਦੇ ਸੰਤ ਫਤਿਹ ਸਿੰਘ ਤੇ ਮਾਸਟਰ ਤਾਰਾ ਸਿੰਘ, ਜੋ ਕਿ ਇਸ ਤੋਂ ਪਹਿਲਾਂ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਆਪਣੇ ਇੱਕ ਡੈਲੀਗੇਸ਼ਨ ਨਾਲ ਮਿਲਦੇ ਵੀ ਨੇ,
ਇਹ ਦੱਸਿਆ ਜਾਂਦਾ ਵੀ ਜਦੋਂ ਦਬਾਅ ਕਾਂਗਰਸ ਉੱਤੇ ਬਹੁਤ ਪੈ ਜਾਂਦਾ ਹੈ, ਪੰਡਿਤ ਜਵਾਹਰ ਲਾਲ ਨਹਿਰੂ ਇਸ ਡੈਲੀਗੇਸ਼ਨ ਦੇ ਨਾਲ ਜਦੋਂ ਬੈਠਦੇ ਨੇ, ਮਿਲਦੇ ਨੇ, ਤਾਂ ਚਰਚਾ ਇਹ ਹੁੰਦੀ ਹੈ ਵੀ ਪੰਜਾਬ ਨੂੰ ਉਸੇ ਤਰੀਕੇ ਦੇ ਲਗਭਗ ਉਸੇ ਫਾਰਮੂਲੇ ਜੋ ਕਿ ਸੱਚਰ ਫਾਰਮੂਲਾ ਸੀ, ਉਸੇ ਪਾਰਟ ਦੇ ਵਿੱਚ ਪੰਜਾਬ ਨੂੰ ਦੋ ਅਲੱਗ-ਅਲੱਗ ਜ਼ੋਨ ਜਾਂ ਖੰਡਾਂ ਦੇ ਵਿੱਚ ਰੱਖਿਆ ਜਾਵੇ ਤੇ ਅਲੱਗ-ਅਲੱਗ ਜਿਹੜੀਆਂ ਕਮੇਟੀਆਂ ਹੈਗੀਆਂ ਨੇ ਜੋ ਕਿ ਰੀਜਨਲ ਕਮੇਟੀਆਂ ਕਹਿਲਾਉਣ, ਉਹ ਸਰਪ੍ਰਸਤੀ ਕਰਨ। ਉਹ ਰੀਜਨਲ ਕਮੇਟੀਆਂ ਦੇ ਤਹਿਤ ਹੀ ਦੋਵੇਂ ਖੰਡਾਂ ਦੇ ਵਿੱਚ, ਪੰਜਾਬ ਦੇ ਦੋਵੇਂ ਖੰਡਾਂ ਦੇ ਵਿੱਚ ਪੰਜਾਬੀ ਜਾਂ ਫਿਰ ਹਿੰਦੀ ਜਿਹੜਾ ਖੰਡ ਹੈ ਉਸ ਦੇ ਵਿੱਚ ਕੰਮਕਾਜ ਨੂੰ ਅੱਗੇ ਲੈ ਕੇ ਤੁਰਿਆ ਜਾਵੇ। ਇੱਕ ਐਸੀ ਗੱਲਬਾਤ ਹੁੰਦੀ ਹੈ ਕਿ ਐਸਾ ਵਿਚਲਾ ਰਾਹ ਹੁੰਦਾ, ਰਸਤਾ ਹੁੰਦਾ, ਕੰਪਰੋਮਾਈਜ਼ ਫਾਰਮੂਲਾ ਹੁੰਦਾ ਜਿਸ ਤੇ ਕਾਫੀ ਹੱਦ ਤੱਕ ਅਕਾਲੀ ਦਲ ਦੀ ਲੀਡਰਸ਼ਿਪ ਸਹਿਮਤ ਹੋ ਚੁੱਕੀ ਹੁੰਦੀ ਹੈ। ਮਾਸਟਰ ਤਾਰਾ ਸਿੰਘ ਜਾਂ ਫਿਰ ਸੰਤ ਫਤਿਹ ਸਿੰਘ, ਇਹ ਲੋਕ ਇਸ ਰੀਜਨਲ ਫਾਰਮੂਲੇ ਤੇ ਮੰਨ ਜਾਂਦੇ ਨੇ। ਰੀਜਨਲ ਕਮੇਟੀਆਂ ਬਣਨਗੀਆਂ ਤੇ ਫਿਰ ਉਹ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਕਿਹੜੀ ਭਾਸ਼ਾ ਦਾ ਕਿਵੇਂ ਪ੍ਰਚਾਰ ਪ੍ਰਸਾਰ ਕਰਨਾ ਹੈ, ਆਪਣੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਆਪਣੇ ਫਿਰਕੇ ਦੇ, ਆਪਣੀ ਬੋਲੀ ਦੇ ਹਿੱਤਾਂ ਨੂੰ ਜਾਂ ਭਾਸ਼ਾ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮਕਾਜ ਤੋਰਨਗੀਆਂ। ਸੋ ਇੱਕ ਚੰਗਾ ਇੱਕ ਫਾਰਮੂਲਾ ਹੁੰਦਾ, ਲੇਕਿਨ ਇਸ ਫਾਰਮੂਲੇ, ਰੀਜਨਲ ਫਾਰਮੂਲੇ ਦੀ ਇੱਕ ਪੁਰਜ਼ੋਰ ਮੁਖਾਲਫਤ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ। ਇਹ ਮੁਖਾਲਫਤ ਹੁੰਦੀ ਹੈ ਹਿੰਦੂ ਮਹਾਸਭਾ ਵੱਲੋਂ, ਹਿੰਦੂ ਰੱਖਿਆ ਸਮਿਤੀ ਵੱਲੋਂ, ਜਨਸੰਘ ਤੇ ਬਹੁਤ ਸੀ ਐਸੀ ਲੀਡਰਸ਼ਿਪ ਹੁੰਦੀ ਹੈ ਹਿੰਦੂਆਂ ਦੀ, ਜੋ ਕਿ ਉਹੀ ਲੀਡਰਸ਼ਿਪ ਹੁੰਦੀ ਹੈ ਜਿਸ ਨੇ ਕਿ 1951 ਤੇ 61 ਦੇ ਸੈਂਸਸ ਦੇ ਵਿੱਚ, ਮਰਦਮਸ਼ੁਮਾਰੀ ਦੇ ਵਿੱਚ ਹਿੰਦੂਆਂ ਨੂੰ, ਪੰਜਾਬੀ ਹਿੰਦੂਆਂ ਨੂੰ ਆਪਣੀ ਮਾਂ ਬੋਲੀ ਹਿੰਦੀ ਦਰਜ ਕਰਾਉਣ ਲਈ ਵੀ ਉਕਸਾਇਆ ਹੁੰਦਾ ਹੈ। ਸੋ ਉਹ ਲੋਕ ਹਾਵੀ ਹੁੰਦੇ ਨੇ ਤੇ ਪੰਡਿਤ ਜਵਾਹਰ ਲਾਲ ਨਹਿਰੂ ਜੋ ਕਿ ਉਸ ਵਕਤ ਦੇਸ਼ ਦੇ ਵਿੱਚ ਚੋਣਾਂ ਲੜਨ ਜਾਂ ਫਿਰ ਉਹ ਸਾਰੀ ਜਿਹੜੀ ਸਿਆਸਤ ਜਿਸ ਵਿੱਚ ਕਿ ਅੱਜ ਸਮਝ ਵਿੱਚ ਆਉਂਦਾ ਵੀ ਭਾਰਤੀ ਜਨਤਾ ਪਾਰਟੀ ਹੈ, ਨਰਿੰਦਰ ਮੋਦੀ ਵਰਗੇ ਲੀਡਰ ਲੱਗੇ ਹੋਏ ਨੇ, ਇੱਕ ਬਹੁ ਗਿਣਤੀ ਲੋਕਾਂ ਨੂੰ, ਹਿੰਦੂਆਂ ਨੂੰ ਖੁਸ਼ ਕਰਨ ਦੀ ਇੱਕ ਜਿਹੜੀ ਪੋਲਿਟਿਕਸ ਹੈ, ਉਹਨਾਂ ਵਕਤਾਂ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਵੀ ਤਕਰੀਬਨ ਅਜਿਹੀਆਂ ਜਿਹੜੀਆਂ ਰਣਨੀਤੀਆਂ ਸਨ, ਉਹ ਬਹੁਤਾਤ ਗਿਣਤੀ ਦੇ ਨਾਲ ਹਿੰਦੂਆਂ ਦੇ ਵੋਟਾਂ ਨੂੰ ਆਪਣੇ ਨਾਲ ਜੋੜਨ ਦੇ ਚੱਕਰ ਵਿੱਚ ਕਰਿਆ ਕਰਦੇ ਸਨ। ਸੋ ਉਹਨਾਂ ਚੀਜ਼ਾਂ ਦੇ ਚੱਲਦਾ ਜਿਹੜਾ ਰੀਜਨਲ ਫਾਰਮੂਲਾ, ਜਿਸ ਉੱਤੇ ਇੱਕ ਸਹਿਮਤੀ ਵੀ ਬਣ ਜਾਂਦੀ ਹੈ, ਅਕਾਲੀ ਲੀਡਰਸ਼ਿਪ ਮੰਨ ਵੀ ਜਾਂਦੀ ਹੈ, ਲੇਕਿਨ ਇਸ ਨੂੰ ਸਿਰੇ ਨਹੀਂ ਚੜਾਇਆ ਜਾਂਦਾ। ਦੂਸਰੇ ਪਾਸਿਓਂ ਹਿੰਦੂ ਮਹਾਸਭਾ ਜਾਂ ਹਿੰਦੂ ਰੱਖਿਆ ਸਮਿਤੀਆਂ ਵਰਗੀਆਂ ਬਾਡੀਜ਼ ਹੁੰਦੀਆਂ ਨੇ ਜੋ ਕਿ ਇਸ ਦਾ ਵਿਰੋਧ ਕਰਦੀਆਂ ਨੇ। ਸੋ 1956 ਦੇ ਵਿੱਚ ਰੀਜਨਲ ਫਾਰਮੂਲਾ ਤਿਆਰ ਕੀਤਾ ਗਿਆ ਹੁੰਦਾ ਤੇ 1957 ਨਵੰਬਰ ਆ ਜਾਂਦੀ ਹੈ ਜਦ ਤੱਕ ਇਸ ਫਾਰਮੂਲੇ ਉੱਤੇ ਨਾ ਤਾਂ ਕੋਈ ਫੁੱਲ ਚੜਾਉਂਦਾ, ਨਾ ਹੀ ਕੋਈ ਰੀਜਨਲ ਕਮੇਟੀਆਂ ਬਣਦੀਆਂ ਨੇ। ਇਸ ਦੌਰਾਨ ਇੱਕ ਹੋਰ ਬਹੁਤ ਅਹਿਮ ਡਿਵੈਲਪਮੈਂਟ ਜੋ ਕਿ ਅਕਾਲੀ ਦਲ ਦੀ ਆਪਣੀ ਸਿਆਸਤ ਦੇ ਪੱਖੋਂ ਹੋਈ ਹੁੰਦੀ ਹੈ, ਉਹ ਇਹ ਹੁੰਦੀ ਹੈ ਵੀ ਬਹੁਤ ਸੇ ਐਸੇ ਅਕਾਲੀ ਲੀਡਰ ਹੁੰਦੇ ਨੇ, ਅਕਾਲੀ ਉਹਨਾਂ ਡੈਲੀਗੇਸ਼ਨਾਂ ਦਾ ਹਿੱਸਾ ਵੀ ਹੁੰਦੇ ਨੇ ਜੋ ਕਿ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਜਾ ਕੇ ਮਿਲਦੇ ਹੁੰਦੇ ਨੇ। ਇਹਨਾਂ ਡੈਲੀਗੇਸ਼ਨਾਂ ਦੇ ਵਿੱਚ ਸੰਤ ਫਤਿਹ ਸਿੰਘ, ਮਾਸਟਰ ਤਾਰਾ ਸਿੰਘ ਦੇ ਨਾਲ ਗਿਆਨੀ ਕਰਤਾਰ ਸਿੰਘ ਕਾਫੀ ਪ੍ਰਮੁੱਖ ਭੂਮਿਕਾ ਨਿਭਾ ਰਹੇ ਹੁੰਦੇ ਨੇ। ਸਰਦਾਰ ਗਿਆਨ ਸਿੰਘ ਰਾੜੇਵਾਲਾ ਕਾਫੀ ਪ੍ਰਮੁੱਖ ਹੁੰਦੇ ਨੇ। ਹੁਕਮ ਸਿੰਘ ਜਿਹੜੇ ਹੁੰਦੇ ਨੇ ਸਰਦਾਰ, ਉਹ ਵੀ ਕਾਫੀ ਅਹਿਮ ਹੁੰਦੇ ਨੇ। ਲੇਕਿਨ ਪੰਡਿਤ ਜਵਾਹਰ ਲਾਲ ਨਹਿਰੂ ਇਹ ਲੀਡਰਾਂ ਨੂੰ ਅਕਾਲੀ ਦਲ ਤੋਂ ਤੋੜਨ ਵਿੱਚ ਕਾਮਯਾਬ ਰਹਿੰਦੇ ਨੇ। 1956 ਤੇ 57 ਦਾ ਉਹ ਸਮਾਂ ਹੁੰਦਾ ਜਦੋਂ ਕਿ ਹੁਕਮ ਸਿੰਘ ਨੂੰ ਰਾਤੋਂ ਰਾਤ ਜਿਹੜੇ ਪੰਡਿਤ ਜਵਾਹਰ ਲਾਲ ਨਹਿਰੂ ਤੋੜ ਕੇ ਆਪਣੀ ਪਾਰਟੀ ਵਿੱਚ ਲਿਜਾਂਦੇ ਨੇ ਤੇ ਲੋਕ ਸਭਾ ਦੇ ਵਿੱਚ ਡਿਪਟੀ ਜਿਹੜਾ ਸਪੀਕਰ ਹੈ ਉਹ ਬਣਾ ਦਿੰਦੇ ਨੇ। ਇਸ ਤੋਂ ਪਹਿਲਾਂ ਗਿਆਨ ਸਿੰਘ ਰਾੜੇਵਾਲਾ ਉਹਨਾਂ ਨੂੰ ਵੀ ਕਾਂਗਰਸ ਦੇ ਵਿੱਚ ਸ਼ਾਮਲ ਕਰਾ ਲਿਆ ਗਿਆ ਹੁੰਦਾ ਹੈ। ਮੇਜਰ ਡਿਫੈਕਸ਼ਨ ਜਿਹੜੀ ਹੈ ਉਹ ਅਕਾਲੀ ਦਲ ਦੇ ਕਾਡਰ ਦੇ ਵਿੱਚ ਹੋ ਚੁੱਕੀ ਹੁੰਦੀ ਹੈ। ਸਨ ਜਿਹੜੀ ਹੈ ਉਹ ਲਾਤੀ ਗਈ ਹੁੰਦੀ ਹੈ। ਪੰਡਿਤ ਜਵਾਹਰ ਲਾਲ ਨਹਿਰੂ ਨੇ ਹੀ ਆਪਣੇ ਵਿਰੋਧੀ ਖੇਮੇ, ਜਿਸ ਨੇ ਕਿ ਪੰਜਾਬੀ ਸੂਬੇ ਮੂਵਮੈਂਟ ਨੂੰ ਇੱਕ ਸਿਖਰ ਤੇ ਪਹੁੰਚਾ ਰੱਖਿਆ ਹੁੰਦਾ, ਉਸ ਦੇ ਵਿੱਚ ਇੱਕ ਵੱਡਾ ਪੋਲੀਟੀਕਲ ਡੈਂਟ ਪਾਤਾ ਹੁੰਦਾ ਹੈ। ਇੱਕ ਬਹੁਤ ਅਹਿਮ ਪ੍ਰਾਪਤੀ ਵਜੋਂ ਤਾਂ ਮੰਨਿਆ ਜਾਂਦਾ, ਲੇਕਿਨ ਇਸ ਤੋਂ ਬਾਅਦ ਸੰਤ ਫਤਿਹ ਸਿੰਘ ਜਿਹੜੇ ਹੈਗੇ ਨੇ ਉਹ ਆਪਣੀ ਜਿਹੜੀ ਮੂਵਮੈਂਟ ਹੈ ਉਸ ਨੂੰ ਕਾਫੀ ਜ਼ਿਆਦਾ ਤੇਜ਼ ਕਰਨ ਦਾ ਤਈਆ ਕਰ ਲੈਂਦੇ ਨੇ। ਮਾਸਟਰ ਤਾਰਾ ਸਿੰਘ ਵੀ ਨਾਲ ਹੀ ਹੁੰਦੇ ਨੇ ਉਹਨਾਂ ਦੇ। ਸੋ 1957 ਨਵੰਬਰ ਆਉਂਦਿਆਂ ਰੀਜਨਲ ਜਿਹੜਾ ਫਾਰਮੂਲਾ ਹੁੰਦਾ ਹੈ ਉਹ ਹਵਾ ਦੇ ਵਿੱਚ ਹੀ ਲਟਕਿਆ ਹੁੰਦਾ ਹੈ। ਰੀਜਨਲ ਕਮੇਟੀਆਂ ਬਣੀਆਂ ਨਹੀਂ ਹੁੰਦੀਆਂ। ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਪੰਜਾਬੀ ਸੂਬਾ ਮੂਵਮੈਂਟ ਇੱਕ ਵਾਰ ਦੁਬਾਰਾ ਸੁਰਜੀਤ ਹੋਣੀ ਸ਼ੁਰੂ ਹੋ ਚੁੱਕੀ ਹੁੰਦੀ ਹੈ। ਨਵੀਆਂ ਹੋ ਰਹੀਆਂ ਵਾਅਦਾ ਖਿਲਾਫੀਆਂ ਦੇ ਸਾਹਮਣੇ ਹੁਣ ਅਕਾਲੀ ਦਲ ਦੀ ਮੂਵਮੈਂਟ ਹੋਰ ਤੇਜ਼ੀ ਫੜਨਾ ਸ਼ੁਰੂ ਕਰਦੀ ਹੈ। ਇਸ ਦੇ ਤਹਿਤ ਅਕਤੂਬਰ 1958 ਦੇ ਵਿੱਚ ਇੱਕ ਬਹੁਤ ਹੀ ਵੱਡੀ ਕਾਨਫਰੰਸ ਹੈ, ਉਸ ਨੂੰ ਆਯੋਜਿਤ ਕੀਤਾ ਜਾਂਦਾ ਹੈ। 1959 ਮਾਰਚ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਬਹੁਤ ਹੀ ਵੱਡਾ ਪ੍ਰਦਰਸ਼ਨ ਜਿਹੜਾ ਹੈ ਅਕਾਲੀ ਦਲ ਵੱਲੋਂ ਪੰਜਾਬੀ ਸੂਬਾ ਮੂਵਮੈਂਟ ਦੇ ਹੱਕ ਵਿੱਚ ਕੀਤਾ ਜਾਂਦਾ ਹੈ। ਇੱਕ ਬਹੁਤ ਵੱਡਾ ਪ੍ਰਦਰਸ਼ਨ ਇਸ ਪੱਧਰ ਦਾ ਹੁੰਦਾ ਵੀ ਤਕਰੀਬਨ 3 ਲੱਖ ਦੇ ਆਸ-ਪਾਸ ਦੱਸਿਆ ਜਾਂਦਾ ਵੀ ਪ੍ਰਦਰਸ਼ਨਕਾਰੀ ਇਸ ਵਿੱਚ ਸ਼ਾਮਲ ਹੁੰਦੇ ਨੇ। ਵੋਲੰਟੀਅਰਸ, ਅਕਾਲੀ ਦਲ ਦੇ ਸਿੱਖ ਪ੍ਰਦਰਸ਼ਨਕਾਰੀ ਜੋ ਕਿ ਕੇਂਦਰ ਦੇ ਵਿੱਚ ਜਾ ਕੇ ਦਿੱਲੀ ਦੇ ਵਿੱਚ ਸੁਨੇਹਾ ਦਿੰਦੇ ਨੇ। ਲੇਕਿਨ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ 1956 ਦੇ ਵਿੱਚ ਇੱਕ ਅਹਿਮ ਤਬਦੀਲੀ ਸਿਆਸੀ ਹੋਈ ਹੁੰਦੀ ਹੈ। ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਬਣ ਚੁੱਕੇ ਹੁੰਦੇ ਨੇ। ਪ੍ਰਤਾਪ ਸਿੰਘ ਕੈਰੋਂ ਪੰਜਾਬੀ ਸੂਬੇ ਦੇ ਖਿਲਾਫ ਹੁੰਦੇ ਨੇ, ਇਸ ਮੂਵਮੈਂਟ ਦੇ ਧੁਰ ਵਿਰੋਧੀ ਹੁੰਦੇ ਨੇ। ਸੋ ਪੰਜਾਬੀ ਮੂਵਮੈਂਟ ਦੀ ਖਿਲਾਫਤ ਕਰਨ ਵਾਲੇ ਪ੍ਰਤਾਪ ਸਿੰਘ ਕੈਰੋਂ ਇੱਕ ਕਾਊਂਟਰ ਅਟੈਕ ਦੀ ਸਟ੍ਰੈਟਜੀ ਲੈ ਕੇ ਚੱਲਦੇ ਨੇ, ਜਿਸ ਤਹਿਤ ਕਿ ਉਹਨਾਂ ਵੱਲੋਂ ਸਾਧ ਸੰਗਤ ਬੋਰਡ ਜਾਂ ਅਜਿਹੀਆਂ ਜਮਾਤਾਂ ਖੜੀਆਂ ਕੀਤੀਆਂ ਜਾਂਦੀਆਂ ਨੇ ਜਾਂ ਉਹਨਾਂ ਨੂੰ ਪਿਛਲੇ ਪਾਸਿਓਂ ਸਪੋਰਟ ਦਿੱਤੀ ਜਾਂਦੀ ਹੈ ਤਾਂ ਕਿ ਅਕਾਲੀ ਦਲ ਦਾ ਜਿਹੜਾ ਸਟਰੋਂਗ ਹੋਲਡ ਹੈ SGPC ਦੇ ਵਿੱਚ, ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ, ਉਸ ਦੇ ਵਿੱਚ
ਇੱਕ ਸੰਨ ਜਿਹੜੀ ਹੈ ਉਹ ਲਾਈ ਜਾ ਸਕੇ। ਸੋ ਇੱਕ ਕਾਂਗਰਸ ਦੀ ਉਹ ਗੰਦਲੀ ਸਿਆਸਤ ਹੈ ਜਿਸ ਦੀ ਕਿ ਸ਼ੁਰੂਆਤ ਉਸ ਸਾਲ ਦੇ ਵਿੱਚ ਹੁੰਦੀ ਹੈ 1956 ਤੋਂ ਬਾਅਦ 1964 ਤੱਕ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਰਹੇ। ਲੇਕਿਨ ਇਸੇ ਦੌਰਾਨ ਕਿਉਂਕਿ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਉਹਨਾਂ ਦੀ ਇਕੁਏਸ਼ਨ ਬਹੁਤ ਅੱਛੀ ਸੀ, ਇਹ ਦੋਵੇਂ ਲੀਡਰ ਮਿਲ ਕੇ, ਕਾਂਗਰਸ ਦੀ ਲੀਡਰਸ਼ਿਪ ਮਿਲ ਕੇ ਅਕਾਲੀ ਦਲ ਨੂੰ ਉਸ ਦੇ ਬੇਸ ਦੇ ਵਿੱਚ ਹੀ ਖਤਮ ਕਰਨ ਦਾ ਪਲਾਨ ਬਣਾਉਂਦੀ ਹੈ, ਜਿਸ ਦੇ ਤਹਿਤ ਕਿ 1958 ਤੋਂ ਲੈ ਕੇ 1960 ਤੱਕ ਜਿਹੜਾ SGPC ਦਾ ਚੋਣ ਹੁੰਦਾ ਹੈ, ਉਸ ਦੇ ਵਿੱਚ ਮਾਸਟਰ ਤਾਰਾ ਸਿੰਘ ਨੂੰ ਲਾਉਣ ਦੇ ਵਿੱਚ SGPC ਦੇ ਪ੍ਰਧਾਨ ਦੇ ਬਤੌਰ ਇਹ ਲੋਕ ਕਾਮਯਾਬ ਹੋ ਜਾਂਦੇ ਹੈਗੇ ਨੇ। ਇੱਕ ਬਹੁਤ ਵੱਡਾ ਸੈਟਬੈਕ ਹੁੰਦਾ ਹੈ। ਇੱਕ ਪਾਸੇ ਅਕਾਲੀ ਦਲ ਦੇ ਲੀਡਰ ਜਿਹੜੇ ਹੈਗੇ ਨੇ ਉਹ ਰਾਤੋਂ ਰਾਤ ਜਾ ਕੇ ਕਾਂਗਰਸ ਜੁਆਇਨ ਕਰ ਰਹੇ ਹੁੰਦੇ ਨੇ, ਤੇ ਦੂਸਰੇ ਪਾਸੇ ਉਹਨਾਂ ਨੂੰ SGPC ਉੱਤੇ ਵੀ ਆਪਣਾ ਜਿਹੜਾ ਕੰਟਰੋਲ ਹੁੰਦਾ ਹੈ ਜਾਂ ਉਹਨਾਂ ਦਾ ਜਿਹੜਾ ਕਬਜ਼ਾ ਹੁੰਦਾ ਹੈ ਉਸ ਤੋਂ ਹੱਥ ਧੋਣੇ ਪੈ ਚੁੱਕੇ ਹੁੰਦੇ ਨੇ। ਲੇਕਿਨ ਇਸ ਦੇ ਬਾਵਜੂਦ ਵੀ ਜਿਹੜਾ ਜੋਸ਼ ਠੰਡਾ ਨਹੀਂ ਹੁੰਦਾ। 1959 ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਐਡਾ ਵੱਡਾ ਪ੍ਰਦਰਸ਼ਨ ਹੁੰਦਾ ਹੈ, ਇਸ ਤੋਂ ਬਾਅਦ ਇੱਕ ਵੱਖਰਾ ਮੈਸੇਜ ਤੇ ਸੁਨੇਹਾ ਜਾਂਦਾ ਹੈ। ਆਉਣ ਵਾਲੇ ਕੁਝ ਮਹੀਨਿਆਂ ਤੇ ਸਾਲਾਂ ਦੇ ਵਿੱਚ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨਾ ਹੁੰਦਾ ਹੈ। ਸਾਲ 1960 ਜਦੋਂ ਚੜ੍ਹਦਾ ਤੇ SGPC ਦਾ ਇਲੈਕਸ਼ਨ ਹੁੰਦਾ ਹੈ। ਉਹਨਾਂ ਇਲੈਕਸ਼ਨਾਂ ਦੇ ਵਿੱਚ ਮਾਸਟਰ ਤਾਰਾ ਸਿੰਘ ਵਾਪਸ ਆਪਣਾ ਕਬਜ਼ਾ SGPC ਉੱਤੇ ਕਰਨ ਵਿੱਚ ਕਾਮਯਾਬ ਹੁੰਦੇ ਨੇ। 139 ਵਿੱਚੋਂ 132 ਵੋਟ ਹਾਸਲ ਕਰਕੇ ਮਾਸਟਰ ਤਾਰਾ ਸਿੰਘ ਦੀ SGPC ਦੇ ਪ੍ਰਧਾਨ ਵਜੋਂ ਚੋਣ ਇੱਕ ਵਾਪਸੀ ਹੁੰਦੀ ਹੈ, ਤੇ ਇਹੀ ਵਾਪਸੀ ਹੁੰਦੀ ਹੈ ਪੰਜਾਬੀ ਸੂਬੇ ਮੂਵਮੈਂਟ ਨੂੰ ਵੀ ਇੱਕ ਨਵੀਂ ਤਾਰ ਮਿਲਣ ਦੀ, ਜਿਸ ਤੋਂ ਬਾਅਦ ਕਿ ਪੰਜਾਬੀ ਸੂਬਾ ਮੂਵਮੈਂਟ ਹੋਰ ਤੇਜ਼ ਹੁੰਦੀ ਹੈ। ਇੱਕ ਬਹੁਤ ਵੱਡੀ ਜਿਹੜੀ ਕਨਵੈਨਸ਼ਨ ਹੈ ਉਸ ਨੂੰ ਅੰਮ੍ਰਿਤਸਰ ਵਿੱਚ ਸੱਦਿਆ ਜਾਂਦਾ ਹੈ। ਕਨਵੈਨਸ਼ਨ ਦੇ ਵਿੱਚ ਫਿਰ ਇੱਕ ਵਾਰ ਦਿੱਲੀ ਨੂੰ ਘੇਰਨ ਦੀ ਤੇ ਦਿੱਲੀ ਦੇ ਵਿੱਚ ਇੱਕ ਭਰਵਾਂ ਜਿਹੜਾ ਹੈ ਇਕੱਠ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ। 1959 ਵਾਂਗ ਹੀ ਕੇਂਦਰ ਸਰਕਾਰ ਤੇ ਕਾਂਗਰਸ ਨੂੰ ਭਾਜਣਾ ਪੈ ਚੁੱਕੀਆਂ ਹੁੰਦੀਆਂ ਨੇ। ਇਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਇੱਕ ਗ੍ਰਿਫਤਾਰੀਆਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਅਕਾਲੀ ਦਲ ਦੇ ਵਾਲੰਟੀਅਰ ਪੰਜਾਬੀ ਸੂਬਾ ਮੂਵਮੈਂਟ ਦੀ ਉਹ ਲਹਿਰ ਜਿਹੜੀ ਹੈ ਉਹ ਇੱਕ ਵੱਖਰਾ ਰੰਗ, ਵੱਖਰਾ ਤੇਵਰ ਤੇ ਇੱਕ ਵੱਖਰਾ ਸਰੂਪ ਉਹਨਾਂ ਕੁਝ ਮਹੀਨਿਆਂ ਵਿੱਚ ਵੇਖਦੀ ਹੈ, ਜਦੋਂ ਕਿ ਹਰ ਰੋਜ਼ ਸੈਂਕੜਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਅਕਾਲੀ ਵਾਲੰਟੀਅਰ ਹੁੰਦੇ ਨੇ ਉਹਨਾਂ ਵੱਲੋਂ ਪੰਜਾਬੀ ਮੂਵਮੈਂਟ ਦੇ ਇਸ ਮੋਰਚਿਆਂ ਦੇ ਵਿੱਚ, ਇਹਨਾਂ ਮੋਰਚਿਆਂ ਦੇ ਵਿੱਚ ਲਗਾਤਾਰ ਗ੍ਰਿਫਤਾਰੀਆਂ ਦਿੱਤੀਆਂ ਜਾਂਦੀਆਂ। ਦੱਸਿਆ ਜਾਂਦਾ ਵੀ ਤਕਰੀਬਨ 57,000 ਕੁੱਲ ਗ੍ਰਿਫਤਾਰੀਆਂ ਜਿਹੜੀਆਂ ਹੈ ਉਸ ਦੌਰ ਦੇ ਵਿੱਚ ਸਾਲ 1960 ਦੇ ਵਿੱਚ ਹੁੰਦੀਆਂ ਨੇ। ਤਕਰੀਬਨ 43 ਦੇ ਆਸ-ਪਾਸ ਲੋਕ ਵੀ ਅਲੱਗ-ਅਲੱਗ ਜਿਹੜੇ ਮੋਰਚੇ ਲੱਗ ਰਹੇ ਹੁੰਦੇ ਨੇ, ਕਈ ਥਾਵਾਂ ਤੇ ਝੜਪਾਂ ਹੁੰਦੀਆਂ ਨੇ, ਪੁਲਿਸ ਦੇ ਨਾਲ ਸੰਘਰਸ਼ ਵੀ ਹੁੰਦਾ ਹੈ, ਉਹਨਾਂ ਦੇ ਵਿੱਚ ਤਕਰੀਬਨ 43 ਲੋਕ ਮਾਰੇ ਵੀ ਜਾਂਦੇ ਨੇ। ਸੋ ਇੱਕ ਬਹੁਤ ਵੱਡੀ ਮੂਵਮੈਂਟ ਜਿਹੜੀ ਹੈ ਪੰਜਾਬੀ ਸੂਬੇ ਦੀ ਇਹ ਸ਼ੁਰੂ ਹੋ ਚੁੱਕੀ ਹੁੰਦੀ ਹੈ, ਖੜੀ ਹੋ ਚੁੱਕੀ ਹੁੰਦੀ ਹੈ। ਤੇ ਇਸ ਵਾਰ ਇਸ ਚੀਜ਼ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਕਾਫੀ ਜ਼ਿਆਦਾ ਮਜ਼ਬੂਤ ਹੁੰਦੇ ਨੇ। ਉਹਨਾਂ ਨੇ 1960 ਤੋਂ ਬਾਅਦ ਵੀ ਹਲੇ ਹਕੂਮਤ ਕਰਨੀ ਹੁੰਦੀ ਹੈ, 64 ਤੱਕ ਉਹਨਾਂ ਨੇ ਮੁੱਖ ਮੰਤਰੀ ਰਹਿਣਾ ਹੁੰਦਾ ਹੈ। ਲੇਕਿਨ ਅਕਾਲੀ ਦਲ ਦੀ ਪੰਜਾਬੀ ਸੂਬਾ ਮੂਵਮੈਂਟ ਬਹੁਤ ਹੀ ਤੇਜ਼ੀ ਫੜ ਰਹੀ ਹੁੰਦੀ ਹੈ। ਇਸੇ ਦੌਰਾਨ ਜਦੋਂ ਮਾਸਟਰ ਤਾਰਾ ਸਿੰਘ ਨੂੰ ਕਾਫੀ ਸਮਾਂ ਗ੍ਰਿਫਤਾਰੀ ਤੋਂ ਬਾਅਦ ਛੱਡਿਆ ਨਹੀਂ ਜਾਂਦਾ ਤਾਂ ਸੰਤ ਫਤਿਹ ਸਿੰਘ ਦਸੰਬਰ 1960 ਦੇ ਵਿੱਚ ਭੁੱਖ ਹੜਤਾਲ ਤੇ ਬੈਠ ਜਾਂਦੇ ਨੇ। ਲੇਕਿਨ ਇਸ ਤੋਂ ਕੁਝ ਹੀ ਸਮਾਂ ਬਾਅਦ ਦਬਾਅ ਐਡਾ ਵੱਧ ਚੁੱਕਾ ਹੁੰਦਾ ਹੈ, ਮਾਸਟਰ ਤਾਰਾ ਸਿੰਘ ਨੂੰ ਛੱਡਣਾ ਪੈਂਦਾ ਤੇ ਮਾਸਟਰ ਤਾਰਾ ਸਿੰਘ ਦੀ ਇੱਕ ਮੀਟਿੰਗ ਹੈ, ਇੱਕ ਬੈਠਕ ਹੈ, ਉਹ ਜਿਹੜੀ ਹੁੰਦੀ ਹੈ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਲ ਦੁਬਾਰਾ ਹੁੰਦੀ ਹੈ। ਇਸ ਮੀਟਿੰਗ ਦੇ ਵਿੱਚ ਦੱਸਿਆ ਜਾਂਦਾ ਹੈ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਫਿਰ ਕੁਝ ਸਬਜ਼ਬਾਗ ਜਿਹੜੇ ਹੈਗੇ ਨੇ ਮਾਸਟਰ ਤਾਰਾ ਸਿੰਘ ਨੂੰ ਦਿਖਾਤੇ ਜਾਂਦੇ ਨੇ, ਕੁਝ ਹੋਰ ਲਾਰੇ ਤੇ ਕੁਝ ਹੋਰ ਵਾਅਦੇ ਕੀਤੇ ਜਾਂਦੇ ਨੇ। ਉਹਨਾਂ ਦੀ ਮੰਗਾਂ ਨੂੰ, ਪੰਜਾਬੀ ਸੂਬੇ ਦੀ ਗੱਲ ਨੂੰ ਇੱਕ ਹਾਂ ਪੱਖੀ ਤਰੀਕੇ ਨਾਲ ਸੁਣਨ ਦੀ ਗੱਲਬਾਤ ਜਾਂ ਜਦੋਂ ਭਰੋਸਾ ਪੰਡਿਤ ਜਵਾਹਰ ਲਾਲ ਵੱਲੋਂ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਫੋਨ ਕਰਦੇ ਨੇ ਸੰਤ ਫਤਿਹ ਸਿੰਘ ਨੂੰ ਤੇ ਉਹਨਾਂ ਦੇ ਭਰੋਸੇ ਤੇ ਉਹਨਾਂ ਦੇ ਇਸ ਗੱਲ ਦੀ ਤਸਦੀਕ ਕਰਨ ਤੇ ਵੀ ਹੁਣ ਕੇਂਦਰ ਸਰਕਾਰ ਜਾਂ ਪੰਡਿਤ ਜਵਾਹਰ ਲਾਲ ਨਹਿਰੂ ਸਾਡੀ ਗੱਲਾਂ ਬਾਤਾਂ ਨੂੰ ਇੱਕ ਹਾਂ ਪੱਖੀ ਰਵੱਈਏ ਦੇ ਤਹਿਤ ਵਿਚਾਰਨ ਲਈ ਤਿਆਰ ਨੇ। ਸੰਤ ਫਤਿਹ ਸਿੰਘ ਆਪਣੀ ਜਿਹੜੀ ਭੁੱਖ ਹੜਤਾਲ ਹੈ ਉਸ ਨੂੰ ਖਤਮ ਕਰ ਦਿੰਦੇ ਨੇ। ਇਹ ਸਾਲ 1961 ਹੁੰਦਾ ਹੈ, ਜਨਵਰੀ ਦਾ ਮਹੀਨਾ ਚੜ੍ਹ ਚੁੱਕਾ ਹੁੰਦਾ ਹੈ। ਸੰਤ ਫਤਿਹ ਸਿੰਘ ਵੱਲੋਂ ਆਪਣੀ ਜਿਹੜੀ ਭੁੱਖ ਹੜਤਾਲ ਹੈ ਉਸ ਨੂੰ ਖਤਮ ਕੀਤੇ ਜਾਣ ਤੇ ਕਈ ਮਹੀਨੇ ਬੀਤ ਜਾਂਦੇ ਨੇ, ਲੇਕਿਨ ਕੇਂਦਰ ਸਰਕਾਰ ਵੱਲੋਂ ਹਜੇ ਵੀ ਕੋਈ ਭਰੋਸਾ ਜਿਹੜਾ ਹੈ ਜਾਂ ਕੋਈ ਵੀ ਗੱਲਬਾਤ ਹੈ, ਹਾਂ ਪੱਖੀ ਗੱਲਬਾਤ ਹੈ, ਉਸ ਨੂੰ ਸਿਰੇ ਤੇ ਨਹੀਂ ਪਹੁੰਚਾਇਆ ਜਾਂਦਾ। ਉਹ ਸਾਰੀਆਂ ਗੱਲਾਂ ਬਾਤਾਂ, ਰੀਜਨਲ ਫਾਰਮੂਲਾ, ਉਹ ਸਭ ਚੀਜ਼ਾਂ ਹਵਾ ਦੇ ਵਿੱਚ ਹੀ ਲਟਕ ਰਹੀਆਂ ਹੁੰਦੀਆਂ ਨੇ। ਇਸ ਤੋਂ ਮਜਬੂਰ ਹੋ ਕੇ ਮਾਸਟਰ ਤਾਰਾ ਸਿੰਘ ਅਗਸਤ 15 ਸਾਲ 1961 ਇੱਕ ਵਾਰ ਫੇਰ ਭੁੱਖ ਹੜਤਾਲ ਤੇ ਬੈਠਣ ਲਈ ਮਜਬੂਰ ਹੁੰਦੇ ਨੇ ਤੇ ਇਸ ਵਕਤ ਉਹ ਕਹਿੰਦੇ ਨੇ ਵੀ ਉਹ ਇੱਕ ਭੁੱਖ ਹੜਤਾਲ ਤੋਂ ਉੱਠਣਗੇ ਨਹੀਂ, ਇੱਕ ਤਰੀਕੇ ਦੀ ਮਰਨ ਵਰਤ ਤੇ ਉਹ ਬੈਠਣ ਜਾ ਰਹੇ ਨੇ ਤੇ 43 ਦਿਨਾਂ ਤੱਕ ਇਹ ਜਿਹੜੀ ਭੁੱਖ ਹੜਤਾਲ ਹੈ ਮਾਸਟਰ ਤਾਰਾ ਸਿੰਘ ਦੀ ਚੱਲਦੀ ਹੈ। ਇਹ ਕਾਫੀ ਅਹਿਮ ਮੂਵ ਹੁੰਦਾ ਹੈ। ਉਸ ਦੌਰਾਨ ਪੰਡਿਤ ਜਵਾਹਰ ਲਾਲ ਨਹਿਰੂ ਇੱਕ ਵਾਰ ਫੇਰ ਇੱਕ ਸਕੀਮ ਹੀ ਕਹਿ ਸਕਦੇ ਹਾਂ, ਉਸ ਦੇ ਤਹਿਤ ਆਪਣਾ ਇੱਕ ਨੁਮਾਇੰਦਾ ਭੇਜਦੇ ਨੇ, ਹਰਦਿਤ ਮਲਿਕ, ਸਰਦਾਰ ਹਰਦਿਤ ਮਲਿਕ ਉਹਨਾਂ ਦਾ ਨਾਂ ਦੱਸਿਆ ਜਾਂਦਾ ਹੈ, ਜੋ ਕਿ ਮਾਸਟਰ ਤਾਰਾ ਸਿੰਘ ਕੋਲ ਆਉਂਦੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ, ਉਹਨਾਂ ਨੂੰ ਫੇਰ ਕੁਝ ਲਾਰਾ ਲਗਾਉਂਦੇ ਨੇ, ਕੋਈ ਗੱਲਾਂ ਬਾਤਾਂ ਕਰਦੇ ਨੇ, ਜਿਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਆਪਣੀ ਭੁੱਖ ਹੜਤਾਲ ਤੋੜ ਦਿੰਦੇ ਨੇ। ਮਾਸਟਰ ਤਾਰਾ ਸਿੰਘ ਬੀਤੇ ਤਕਰੀਬਨ 15-20 ਸਾਲਾਂ ਤੋਂ ਪੰਡਿਤ ਨਹਿਰੂ ਤੇ ਕਾਂਗਰਸ ਦੇ ਜਿਹੜੇ ਭਰੋਸੇ ਹੈਗੇ ਨੇ ਜਾਂ ਉਹਨਾਂ ਵੱਲੋਂ ਲਗਾਏ ਗਏ ਲਾਰਿਆਂ ਦੇ ਵਿੱਚ ਲਗਾਤਾਰ ਫਸ ਕੇ
ਸਿੱਖ ਕੌਮ ਤੇ ਪੰਜਾਬੀ ਜਿਹੜੇ ਲੋਕ ਹੈਗੇ ਨੇ ਉਹਨਾਂ ਦਾ ਕਾਫੀ ਹੱਦ ਤੱਕ ਨੁਕਸਾਨ ਉਸ ਵਕਤ ਕਰਾ ਚੁੱਕੇ ਹੁੰਦੇ ਨੇ। ਇਹ ਜਿਹੜਾ ਭਾਵ ਹੁੰਦਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਹੁੰਦਾ ਹੈ, ਲੇਕਿਨ ਇਸ ਦੇ ਬਾਵਜੂਦ ਉਹ ਇੱਕ ਕੌਮ ਦੇ ਲੀਡਰ ਹੁੰਦੇ ਨੇ। ਲੇਕਿਨ 1961 ਦੇ ਵਿੱਚ ਜਦੋਂ ਹਰਦਿਤ ਮਲਿਕ ਉਹਨਾਂ ਦੇ ਆਖੇ ਉਹ ਆਪਣੀ ਭੁੱਖ ਹੜਤਾਲ ਨੂੰ ਤੋੜ ਦਿੰਦੇ ਨੇ, ਆਪਣੇ ਵਰਤ ਨੂੰ ਤੋੜ ਦਿੰਦੇ ਨੇ, ਉਸ ਤੋਂ ਬਾਅਦ ਵੀ ਕੁਝ ਨਹੀਂ ਹੁੰਦਾ। ਇੱਕ ਐਸ ਆਰ ਦਾਸ ਕਮਿਸ਼ਨ ਬਣਾਇਆ ਜਾਂਦਾ ਹੈ, ਉਹ ਐਸ ਆਰ ਦਾਸ ਕਮਿਸ਼ਨ ਕੁਝ ਵੀ ਨਹੀਂ ਕਰਦਾ। ਉਸ ਦੀ ਜਿਹੜੀ ਬਣਤਰ ਹੁੰਦੀ ਹੈ, ਉਹਦੇ ਜਿਹੜੇ ਮੈਂਬਰ ਥਾਪੇ ਜਾਂਦੇ ਹੈਗੇ ਨੇ। ਐਸ ਆਰ ਦਾਸ ਕਮਿਸ਼ਨ ਜਿਹੜਾ ਬਣਾਇਆ ਗਿਆ ਹੁੰਦਾ ਉਹ ਇਸ ਵਾਸਤੇ ਬਣਾਇਆ ਗਿਆ ਹੁੰਦਾ ਕਿਉਂਕਿ ਇੱਕ ਇਲਜ਼ਾਮ ਇਹ ਲੱਗ ਰਿਹਾ ਹੁੰਦਾ ਹੈ ਅਕਾਲੀ ਜਾਂ ਸਿੱਖ ਲੀਡਰਸ਼ਿਪ ਵੱਲੋਂ ਵੀ ਬਹੁਤ ਹੀ ਵਿਤਕਰਾ ਜਿਹੜਾ ਹੈ ਪੰਜਾਬੀਆਂ ਤੇ ਸਿੱਖਾਂ ਨਾਲ ਹੋ ਰਿਹਾ ਹੈ। ਉਹ ਵਿਤਕਰਾ ਬਹੁਤ ਜ਼ਿਆਦਾ ਹੈ, ਹਰ ਖੇਤਰ ਹਰ ਵਰਗ ਦੇ ਵਿੱਚ ਹੋ ਰਿਹਾ ਹੈ। ਸੋ ਇਸ ਵਿਤਕਰੇ ਦੀ ਜਾਂਚ ਕਰਨ ਲਈ ਇੱਕ ਐਸ ਆਰ ਦਾਸ ਜਿਹੜੇ ਜੱਜ ਹੁੰਦੇ ਨੇ ਉਹਨਾਂ ਦਾ ਕਮਿਸ਼ਨ ਬਣਦਾ ਹੈ। ਕਮਿਸ਼ਨ ਦੇ ਸਾਹਮਣੇ ਬਹੁਤ ਸੇ ਲੋਕ, ਮਹਾਸ਼य ਵਰਿੰਦਰ ਵਰਗੇ ਜਾਂ ਫਿਰ ਬਲਰਾਜ ਮਧੋਕ ਵਰਗੇ ਹਿੰਦੂ ਲੀਡਰ ਪੇਸ਼ ਹੁੰਦੇ ਨੇ। ਅਕਾਲੀ ਦਲ ਵੱਲੋਂ ਉਸ ਕਮਿਸ਼ਨ ਦਾ ਬਾਈਕਾਟ ਹੀ ਕਰਤਾ ਜਾਂਦਾ ਹੈ। ਸੋ ਅਕਾਲੀ ਦਲ ਦੀ ਲੀਡਰਸ਼ਿਪ ਪੇਸ਼ ਨਹੀਂ ਹੁੰਦੀ। ਦੂਸਰੇ ਪਾਸੇ ਇਸ ਕਮਿਸ਼ਨ ਦੇ ਸਾਹਮਣੇ ਜਿਹੜੇ ਆਗੂ ਪੇਸ਼ ਹੁੰਦੇ ਨੇ ਉਹ ਪੰਜਾਬੀ ਸੂਬੇ ਦੀ ਮੁਖਾਲਫਤ ਹੀ ਕਰਦੇ ਨੇ। ਸੋ ਇਸ ਕਮਿਸ਼ਨ ਤੋਂ ਵੀ ਆਸ ਕੁਝ ਜ਼ਿਆਦਾ ਹੋਣੀ ਨਹੀਂ ਹੁੰਦੀ। ਸੋ ਕਮਿਸ਼ਨ ਜਦੋਂ ਆਪਣੀ ਰਿਪੋਰਟ ਫਾਈਨਲੀ ਸਬਮਿਟ ਕਰਦਾ ਉਸ ਵਿੱਚ ਉਹ ਸਾਫ਼ ਕਹਿ ਦਿੰਦਾ ਹੈ ਵੀ ਪੰਜਾਬੀਆਂ ਦੇ ਨਾਲ ਕੋਈ ਵੀ ਜਿਹੜੀ ਵਧੀਕੀ ਨਹੀਂ ਹੋ ਰਹੀ, ਕੋਈ ਧੱਕਾ ਨਹੀਂ ਹੋ ਰਿਹਾ, ਕੋਈ ਪੱਖਪਾਤ ਨਹੀਂ ਹੋ ਰਿਹਾ, ਕਿਸੇ ਕਿਸਮ ਦਾ ਕੋਈ ਪ੍ਰੈਜੁਡਿਸ ਜਿਹੜਾ ਹੈ ਉਹ ਪੰਜਾਬੀਆਂ ਪ੍ਰਤੀ ਨਹੀਂ ਹੋ ਰਿਹਾ। ਐਸ ਆਰ ਦਾਸ ਕਮਿਸ਼ਨ ਦੀ ਚੌਖਟ ਤੋਂ ਵੀ ਅਕਾਲੀ ਲੀਡਰਸ਼ਿਪ ਨੂੰ ਕੁਝ ਨਹੀਂ ਮਿਲਦਾ। ਪੰਜਾਬੀ ਸੂਬਾ ਮੂਵਮੈਂਟ ਉਵੇਂ ਦੀ ਉਵੇਂ ਹੁੰਦੀ ਹੈ। ਕਿਸੇ ਵੀ ਵਾਅਦੇ ਉੱਤੇ ਫੁੱਲ ਨਹੀਂ ਚੜੇ ਹੁੰਦੇ, ਸਾਰੀਆਂ ਗੱਲਾਂ ਬਾਤਾਂ ਹਵਾ ਦੇ ਵਿੱਚ ਹੁੰਦੀਆਂ ਨੇ। ਇਹਨਾਂ ਹਾਲਾਤਾਂ ਦੇ ਵਿੱਚ ਭਾਰਤ ਅਤੇ ਚੀਨ ਦੀ ਜੰਗ 1962 ਦੇ ਵਿੱਚ ਲੱਗ ਜਾਂਦੀ ਹੈ। ਇਸ ਜੰਗ ਲੱਗਣ ਦੀ ਸਥਿਤੀ ਦੇ ਵਿੱਚ ਪੰਜਾਬੀ ਸੂਬਾ ਮੂਵਮੈਂਟ ਨੂੰ ਥੋੜ੍ਹੇ ਸਮੇਂ ਲਈ ਸਸਪੈਂਡ ਕਰਤਾ ਜਾਂਦਾ ਹੈ, ਰੋਕਤਾ ਜਾਂਦਾ ਹੈ, ਜਿਸ ਤੋਂ ਬਾਅਦ ਕਿ ਪੰਜਾਬੀਆਂ ਦਾ ਇਸ ਯੁੱਧ ਦੇ ਵਿੱਚ ਜੋ ਪ੍ਰਦਰਸ਼ਨ ਹੁੰਦਾ ਹੈ, ਸਿੱਖ ਫੌਜੀਆਂ ਦਾ, ਸਿੱਖ ਅਫਸਰਾਂ ਦਾ, ਉਹ ਲਾਮਿਸਾਲ ਹੁੰਦਾ ਹੈ। ਉਸ ਦੀ ਜਿਹੜੀ ਮਿਸਾਲ ਕਿਤੇ ਨਹੀਂ ਮਿਲ ਰਹੀ ਹੁੰਦੀ ਤੇ ਬਹੁਤ ਹੀ ਜ਼ਿਆਦਾ ਸ਼ਲਾਘਾ ਜਿਹੜੀ ਹੈ ਭਾਰਤੀ ਫੌਜ ਦੀ, ਜਿਸ ਵਿੱਚ ਇੱਕ ਬਹੁਤਾਤ ਗਿਣਤੀ ਸਿੱਖ ਫੌਜੀਆਂ ਦੀ ਹੁੰਦੀ ਹੈ, ਉਹਨਾਂ ਦਾ ਪ੍ਰਦਰਸ਼ਨ ਬਹੁਤ ਚੰਗਾ ਰਿਹਾ ਹੁੰਦਾ ਤੇ ਇਸ ਚੀਜ਼ ਨੂੰ ਬਾਕਾਇਦਾ ਬਾਅਦ ਦੇ ਵਿੱਚ ਗਵਰਨਰਾਂ ਵੱਲੋਂ ਜਾਂ ਦੇਸ਼ ਦੀ ਸਰਕਾਰ ਵੱਲੋਂ ਰਿਕੋਗਨਾਈਜ਼ ਕੀਤਾ ਜਾਂਦਾ ਹੈ, ਰਿਕਾਰਡ ਕੀਤਾ ਜਾਂਦਾ ਹੈ। ਪੰਡਿਤ ਜਵਾਹਰ ਲਾਲ ਨਹਿਰੂ ਨੂੰ ਹਜੇ ਵੀ ਇਹ ਜਿਹੜੀ ਮੰਗ ਪੰਜਾਬੀ ਸੂਬੇ ਦੀ, ਇਸ ਦੇ ਵਿੱਚ ਇੱਕ ਫਿਰਕੂ ਜਿਹੜੀ ਬਦਬੂ ਆ ਰਹੀ ਹੁੰਦੀ ਹੈ ਤੇ ਉਹ ਆਉਣ ਵਾਲੇ ਕੁਝ ਮਹੀਨੇ ਸਾਲਾਂ ਤੱਕ ਇਸ ਮੰਗ ਨੂੰ ਉਵੇਂ ਦੇ ਉਵੇਂ ਲਟਕਾ ਕੇ ਰੱਖ ਦਿੰਦੇ ਨੇ। 1964 ਤੱਕ, ਮਈ 1964 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਹੋ ਜਾਂਦੀ ਹੈ। ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਦੇ ਨਾਲ ਹੀ ਪ੍ਰਤਾਪ ਸਿੰਘ ਕੈਰੋਂ ਵੀ ਜਿਹੜੇ ਹੈ ਆਪਣੇ ਅਹੁਦੇ ਤੋਂ ਲੱਥ ਜਾਂਦੇ ਹੈਗੇ ਨੇ। ਇੱਕ ਪਾਸੇ ਅਕਾਲੀ ਦਲ ਕੋਲ SGPC ਦੀ ਚੌਧਰ ਵਾਪਸ ਆ ਚੁੱਕੀ ਹੁੰਦੀ ਹੈ, ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਹੋ ਚੁੱਕੀ ਹੁੰਦੀ ਹੈ, ਪ੍ਰਤਾਪ ਸਿੰਘ ਕੈਰੋਂ ਆਪਣੇ ਅਹੁਦੇ ਤੋਂ ਲੱਥ ਚੁੱਕੇ ਹੁੰਦੇ ਨੇ, ਹਾਲਾਤ ਬਹੁਤ ਅਨੁਕੂਲ ਹੁੰਦੇ ਨੇ। ਇਸ ਦੌਰਾਨ ਲਾਲ ਬਹਾਦਰ ਸ਼ਾਸਤਰੀ ਜਿਹੜੇ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਆਉਂਦੇ ਨੇ, ਉਹਨਾਂ ਦੇ ਨਾਲ ਸੰਤ ਫਤਿਹ ਸਿੰਘ ਤੇ ਮਾਸਟਰ ਤਾਰਾ ਸਿੰਘ ਉਹਨਾਂ ਦੀਆਂ ਫੇਰ ਕਈ ਮੀਟਿੰਗਾਂ ਹੁੰਦੀਆਂ ਨੇ। ਸੰਤ ਫਤਿਹ ਸਿੰਘ ਜ਼ਿਆਦਾ ਇਸ ਵਕਤ ਤੱਕ ਐਕਟਿਵ ਹੋ ਚੁੱਕੇ ਹੁੰਦੇ ਨੇ ਕਿਉਂਕਿ ਮਾਸਟਰ ਤਾਰਾ ਸਿੰਘ ਇਸ ਦੌਰਾਨ ਕਾਫੀ ਹੱਦ ਤੱਕ ਸਾਈਡਲਾਈਨ ਕਰਤੇ ਗਏ ਹੁੰਦੇ ਨੇ ਕਿਉਂਕਿ ਉਹਨਾਂ ਦੀ ਡੀਲਿੰਗ ਜਾਂ ਨੈਗੋਸੀਏਸ਼ਨ ਜਿਹੜੀ ਹੈ ਉਹ ਬੀਤੇ 2 ਦਹਾਕਿਆਂ ਦੇ ਵਿੱਚ ਇੱਕ ਬਹੁਤ ਵੱਡਾ ਫੇਲਿਅਰ ਸਾਬਤ ਹੋਈ ਹੁੰਦੀ ਹੈ। ਸੋ ਸੰਤ ਫਤਿਹ ਸਿੰਘ ਹੁਣ ਕਾਫੀ ਅੱਗੇ ਹੁੰਦੇ ਨੇ। ਇਸ ਦੌਰਾਨ ਲਾਲ ਬਹਾਦਰ ਸ਼ਾਸਤਰੀ ਜਦੋਂ ਗੱਲਬਾਤ ਕਰ ਰਹੇ ਹੁੰਦੇ ਨੇ, ਉਹਨਾਂ ਨਾਲ ਪੂਰੀ ਗੱਲਬਾਤ ਚੱਲ ਰਹੀ ਹੁੰਦੀ ਹੈ, ਸਥਿਤੀ ਸਟੇਲਮੇਟ ਤੇ ਹੁੰਦੀ ਹੈ, ਕੋਈ ਜ਼ਿਆਦਾ ਗੱਲਬਾਤ ਅੱਗੇ ਨਹੀਂ ਵਧ ਰਹੀ ਹੁੰਦੀ। ਸਤੰਬਰ ਦੇ ਮਹੀਨੇ 10 ਸਤੰਬਰ ਨੂੰ ਇੱਕ ਭੁੱਖ ਹੜਤਾਲ ਤੇ ਬੈਠਣ ਦਾ ਸੰਤ ਫਤਿਹ ਸਿੰਘ ਵੱਲੋਂ ਐਲਾਨ ਕਰਤਾ ਜਾਂਦਾ ਹੈ ਉਸੇ ਪੰਜਾਬੀ ਸੂਬਾ ਮੂਵਮੈਂਟ ਦੇ ਤਹਿਤ। ਲੇਕਿਨ ਇਸ ਭੁੱਖ ਹੜਤਾਲ ਤੇ ਬੈਠਣ ਤੋਂ ਪਹਿਲਾਂ ਹੀ ਭਾਰਤ ਤੇ ਪਾਕਿਸਤਾਨ ਦੀ 1965 ਦੀ ਜਿਹੜੀ ਜੰਗ ਹੈ ਉਹ ਲੱਗ ਜਾਂਦੀ ਹੈ। ਸੋ 1965 ਦੀ ਜਿਹੜੀ ਜੰਗ ਹੈ ਸਤੰਬਰ ਦੇ ਵਿੱਚ ਸ਼ੁਰੂ ਹੁੰਦੀ ਹੈ। ਇਸ ਕਾਰਨ ਕਰਕੇ ਸੰਤ ਫਤਿਹ ਸਿੰਘ ਵੱਲੋਂ ਆਪਣੀ ਇਸ ਪੂਰੀ ਮੁਹਿੰਮ ਨੂੰ ਜਿਹੜਾ ਹੈ, ਆਪਣੀ ਭੁੱਖ ਹੜਤਾਲ ਨੂੰ ਅੱਗੇ ਪਾਉਣਾ ਪੈਂਦਾ ਹੈ, ਟਾਲਣਾ ਪੈਂਦਾ ਹੈ। ਬੀਤੇ ਤਕਰੀਬਨ 3.5-4 ਸਾਲਾਂ ਦੇ ਵਿੱਚ ਇਹ ਦੂਸਰਾ ਅਜਿਹਾ ਮੌਕਾ ਹੁੰਦਾ ਜਦੋਂ ਕਿ ਭਾਰਤੀ ਫੌਜ ਲਈ, ਭਾਰਤ ਦੀ ਰਾਖੀ ਲਈ ਸਿੱਖ ਸਿਪਾਹੀਆਂ ਤੇ ਸਿੱਖ ਜਰਨੈਲਾਂ ਨੂੰ ਆਪਣੀ ਬਹਾਦਰੀ ਦਿਖਾਉਣ ਦਾ ਮੌਕਾ ਮਿਲਿਆ ਹੁੰਦਾ ਹੈ। ਤੇ ਇਸ ਵਾਰ ਜਿਹੜਾ ਬਾਰਡਰ ਹੁੰਦਾ ਹੈ ਭਾਰਤ ਅਤੇ ਪਾਕਿਸਤਾਨ ਦਾ ਹੁੰਦਾ ਹੈ, ਫਰੰਟੀਅਰ ਸੂਬਾ ਪੰਜਾਬ ਹੁੰਦਾ ਹੈ ਤੇ ਇਸ ਬਾਰਡਰ ਦੇ ਅਲੱਗ-ਅਲੱਗ ਜਿਹੜੇ ਮੋਰਚੇ ਹੁੰਦੇ ਨੇ, ਈਵਨ ਰਾਜਸਥਾਨ ਤੱਕ ਜਿਹੜੇ ਮੋਰਚੇ ਹੁੰਦੇ ਨੇ, ਉਹਨਾਂ ਦੇ ਉੱਤੇ ਭਾਰਤੀ ਫੌਜ ਵੱਲੋਂ ਬਹੁਤ ਹੀ ਜ਼ੋਰ ਸ਼ੋਰ ਨਾਲ ਲੜਾਈ ਲੜੀ ਜਾਂਦੀ ਹੈ ਤੇ ਬਹੁਤ ਵੱਡਾ ਯੋਗਦਾਨ ਤੇ ਬਹੁਤ ਵੱਡੀਆਂ ਕੁਰਬਾਨੀਆਂ ਜਿਹੜੀਆਂ ਹੁੰਦੀਆਂ ਨੇ ਉਹ ਸਿੱਖ ਫੌਜਾਂ ਦੀਆਂ ਹੁੰਦੀਆਂ, ਸਿੱਖ ਫੌਜੀਆਂ ਦੀਆਂ ਹੁੰਦੀਆਂ ਨੇ। ਸੋ ਇਹ ਇੱਕ ਐਸਾ ਉਦਾਹਰਣ ਦੇਸ਼ ਲਈ ਸਥਾਪਿਤ ਹੋ ਚੁੱਕਾ ਹੁੰਦਾ ਜਿਸ ਤਹਿਤ ਕਿ ਮੁਲਕ ਨੂੰ, ਦੇਸ਼ ਦੀ ਸਰਕਾਰ ਨੂੰ, ਹੁਕੂਮਤ ਨੂੰ ਇਹ ਹੁਣ ਸਮਝ ਆ ਚੁੱਕਾ ਹੁੰਦਾ ਹੈ ਵੀ ਸਿੱਖ ਕੌਮ ਜਾਂ ਸਿੱਖ ਫੌਜ ਦੇ ਵਿੱਚ ਉਹਨਾਂ ਦਾ ਜੋ ਯੋਗਦਾਨ ਹੈ, ਜੋ ਬਹਾਦਰੀ ਹੈ ਇਸ ਕੌਮ ਦੇ ਵਿੱਚ, ਉਹ ਕਿੱਡੀ ਜ਼ਿਆਦਾ ਮਹੱਤਵਪੂਰਨ ਹੈ। ਜਦੋਂ ਅਲੱਗ-ਅਲੱਗ ਅੰਗਰੇਜ਼ ਅਫਸਰਾਂ ਨੇ ਲਾਰਡ ਇਪਸੇ ਤੋਂ ਲੈ ਕੇ, ਸਟੈਫਰਡ ਕ੍ਰਿਪਸ ਤੋਂ ਲੈ ਕੇ, ਲਾਰਡ ਮਾਊਂਟਬੈਟਨ ਤੋਂ ਲੈ ਕੇ ਲੋਕਾਂ ਨੇ ਜਵਾਹਰ ਲਾਲ ਨਹਿਰੂ ਵਰਗਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਗੱਲ ਪੱਲੇ ਨਹੀਂ ਪਈ। ਲੇਕਿਨ ਜਦੋਂ ਭਾਰਤ ਅਤੇ ਚੀਨ ਦੀ ਜੰਗ ਹੁੰਦੀ ਹੈ, ਪਾਕਿਸਤਾਨ ਨਾਲ ਲੜਾਈ ਹੁੰਦੀ ਹੈ, ਉਸ ਵਕਤ ਇਹ ਚੀਜ਼ ਸਮਝ ਆਉਂਦੀ ਹੈ ਤੇ ਉਸ ਤੋਂ ਬਾਅਦ ਇੱਕ ਪੂਰਾ ਦਾ ਪੂਰਾ ਪੈਰਾਡਾਈਮ ਸ਼ਿਫਟ ਹੁੰਦਾ ਹੈ, ਇੱਕ ਸੋਚਣ ਦਾ ਨਜ਼ਰੀਆ ਬਦਲਦਾ ਹੈ ਤੇ ਭਾਰਤ ਅਤੇ ਪਾਕਿਸਤਾਨ ਦੀ ਜੰਗ ਬੰਦ ਹੁੰਦਿਆਂ ਹੀ
ਲਾਲ ਬਹਾਦੁਰ ਸ਼ਾਸਤਰੀ ਵੱਲੋਂ ਹੀ ਇਹ ਕੋਸ਼ਿਸ਼ ਤੇਜ਼ ਕਰਤੀ ਜਾਂਦੀ ਹੈ। ਉਹਨਾਂ ਵੱਲੋਂ ਪੰਜਾਬ ਰੀਆਰਗੇਨਾਈਜੇਸ਼ਨ ਲਈ, ਪੰਜਾਬ ਨੂੰ ਇੱਕ ਅਲੱਗ ਸੂਬੇ ਦੀ ਹੋਂਦ ਦੇਣ ਲਈ ਇੱਕ ਪੂਰੀ ਮੁਕੰਮਲ ਤਿਆਰੀ ਹੁੰਦੀ ਹੈ, ਲੇਕਿਨ ਇਸ ਦੇ ਵਿੱਚ ਵੀ ਅਖੀਰੀ ਸਮੇਂ ਤੇ ਭਾਨੀ ਮਾਰਨ ਦੀ ਦੱਸਿਆ ਜਾਂਦਾ ਕੋਸ਼ਿਸ਼ ਹੁੰਦੀ ਹੈ। ਲਾਲ ਬਹਾਦੁਰ ਸ਼ਾਸਤਰੀ ਜਿਹੜੇ ਹੁੰਦੇ ਨੇ ਉਹ ਸਰਦਾਰ ਹੁਕਮ ਸਿੰਘ ਜਿਹੜੇ ਹੁੰਦੇ ਨੇ ਲੋਕ ਸਭਾ ਦੇ ਸਪੀਕਰ ਉਸ ਵਕਤ ਤੱਕ ਬਣ ਚੁੱਕੇ ਹੁੰਦੇ ਨੇ। ਕਿਸੇ ਵਕਤ ਉਹਨਾਂ ਨੇ ਅਕਾਲੀ ਦਲ ਤੋਂ ਹੀ ਪਲਟੀ ਮਾਰ ਕੇ ਲੋਕ ਸਭਾ ਦੇ ਵਿੱਚ ਜਵਾਹਰ ਲਾਲ ਨਹਿਰੂ ਨੇ ਉਹਨਾਂ ਨੂੰ ਲਿਆਂਦਾ ਹੁੰਦਾ ਹੈ। ਸੋ ਸਰਦਾਰ ਹੁਕਮ ਸਿੰਘ ਹੋਣਾ ਦੀ ਪ੍ਰਧਾਨਗੀ ਵਾਲੀ ਇੱਕ ਪਾਰਲੀਮੈਂਟਰੀ ਕਮੇਟੀ ਬਣਾਤੀ ਜਾਂਦੀ ਹੈ। ਸੋ ਇਹ ਜਿਹੜੀ ਪਾਰਲੀਮੈਂਟਰੀ ਕਮੇਟੀ ਹੁੰਦੀ ਹੈ ਤਕਰੀਬਨ ਇਸ ਵਿੱਚ 22-23 ਮੈਂਬਰ ਹੁੰਦੇ ਨੇ ਤੇ ਸਰਦਾਰ ਹੁਕਮ ਸਿੰਘ ਇਸ 'ਚ ਪੜਚੋਲ ਕਰਦੇ ਨੇ। ਜਦੋਂ ਸਰਦਾਰ ਹੁਕਮ ਸਿੰਘ ਦੀ ਇਹ ਕਾਫੀ ਹਾਈ ਪਾਵਰਡ ਪਾਰਲੀਮੈਂਟਰੀ ਕਮੇਟੀ ਨੇ ਪੰਜਾਬ ਦੀ ਰੀਆਰਗੇਨਾਈਜੇਸ਼ਨ ਜਾਂ ਪੰਜਾਬ ਦੇ ਅਲੱਗ ਸੂਬੇ ਜਾਂ ਪੰਜਾਬੀ ਭਾਸ਼ਾ ਦੇ ਉੱਤੇ ਆਧਾਰਿਤ ਸੂਬੇ ਬਣਨ ਦੀ ਆਪਣੀ ਜਿਹੜੀ ਸਲਾਹ ਹੁੰਦੀ ਹੈ ਜਾਂ ਪੋਜ਼ਿਟਿਵ ਸਲਾਹ ਹੁੰਦੀ ਹੈ ਉਸ ਨੂੰ ਫਾਈਲ ਕਰਨਾ ਹੁੰਦਾ ਹੈ। ਉਸ ਤੋਂ ਕੁਝ ਦਿਨ ਪਹਿਲਾਂ ਹੀ ਇੰਦਰਾ ਗਾਂਧੀ ਜੋ ਕਿ ਉਸ ਵਕਤ ਤੱਕ ਲਾਲ ਬਹਾਦੁਰ ਸ਼ਾਸਤਰੀ ਦੀ ਮਿਨਿਸਟਰੀ ਦੇ ਵਿੱਚ I&B ਮਿਨਿਸਟਰ ਹੁੰਦੇ ਨੇ, ਉਹਨਾਂ ਵੱਲੋਂ ਕੁਝ ਹੋਰ ਲੀਡਰਾਂ ਦੇ ਨਾਲ ਮਿਲ ਕੇ ਗੁਲਜ਼ਾਰੀ ਲਾਲ ਨੰਦਾ ਜੋ ਕਿ ਹੋਮ ਮਿਨਿਸਟਰ ਹੁੰਦੇ ਨੇ, ਇਹ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਨੇ। ਪਹਿਲਾਂ ਜਦੋਂ ਇਹ ਪਾਰਲੀਮੈਂਟਰੀ ਕਮੇਟੀ ਦਾ ਮੁਖੀ ਜਿਹੜਾ ਥਾਪਿਆ ਗਿਆ ਹੁੰਦਾ ਸਰਦਾਰ ਹੁਕਮ ਸਿੰਘ ਨੂੰ, ਇਸ ਉਮੀਦ ਤੇ ਥਾਪਿਆ ਗਿਆ ਹੁੰਦਾ ਹੈ, ਸਮਝਿਆ ਜਾਂਦਾ ਵੀ ਇਹ ਉਮੀਦ ਹੁੰਦੀ ਹੈ ਵੀ ਸ਼ਾਇਦ ਸਰਦਾਰ ਹੁਕਮ ਸਿੰਘ ਪੰਜਾਬ ਦੀ ਰੀਆਰਗੇਨਾਈਜੇਸ਼ਨ ਜਾਂ ਇੱਕ ਅਲੱਗ ਪੰਜਾਬੀ ਭਾਸ਼ਾ ਦੇ ਉੱਤੇ ਬੇਸਡ ਜਾਂ ਆਧਾਰਿਤ ਸੂਬੇ ਦੀ ਮੁਖਾਲਫਤ ਕਰਨਗੇ, ਵਿਰੋਧ ਕਰਨਗੇ। ਲੇਕਿਨ ਅਜਿਹਾ ਨਹੀਂ ਹੁੰਦਾ। ਸਰਦਾਰ ਹੁਕਮ ਸਿੰਘ ਵੱਲੋਂ ਆਪਣੀ ਪਾਰਲੀਮੈਂਟਰੀ ਕਮੇਟੀ ਦੀਆਂ ਡੈਲੀਬਰੇਸ਼ਨਸ ਤੋਂ ਬਾਅਦ ਜਿਹੜੀ ਰਿਪੋਰਟ ਫਾਈਲ ਕੀਤੀ ਜਾਂਦੀ ਹੈ ਉਸ ਵਿੱਚ ਪੰਜਾਬ ਦੇ ਇੱਕ ਅਲੱਗ ਸੂਬੇ ਦੀ ਹਮਾਇਤ ਕੀਤੀ ਜਾਂਦੀ ਹੈ, ਠੋਕ ਵਜਾ ਕੇ ਹਮਾਇਤ ਕੀਤੀ ਜਾਂਦੀ ਹੈ। ਲੇਕਿਨ ਬਾਅਦ ਦੇ ਵਿੱਚ ਵੀ ਅੜਚਨਾ ਕ੍ਰੀਏਟ ਕਰਨ ਦੀ ਕੋਸ਼ਿਸ਼ਾਂ ਹੁੰਦੀਆਂ ਨੇ। ਇੰਦਰਾ ਗਾਂਧੀ ਵੱਲੋਂ ਜਦੋਂ ਗੁਲਜ਼ਾਰੀ ਲਾਲ ਨੰਦਾ ਜੋ ਕਿ ਦੇਸ਼ ਦੇ ਹੋਮ ਮਿਨਿਸਟਰ ਹੁੰਦੇ ਨੇ, ਉਹਨਾਂ ਦੇ ਨਾਲ ਇਤਰਾਜ਼ ਜਤਾਏ ਜਾਂਦੇ ਨੇ ਕਿ ਸਰਦਾਰ ਹੁਕਮ ਸਿੰਘ ਨੂੰ ਤੁਹਾਨੂੰ ਕਿਸ ਨੇ ਕਿਹਾ ਸੀ ਇਸ ਪਾਰਲੀਮੈਂਟਰੀ ਕਮੇਟੀ ਦਾ ਚੇਅਰਮੈਨ ਬਣਾਉਣ ਲਈ, ਤਾਂ ਗੁਲਜ਼ਾਰੀ ਲਾਲ ਨੰਦਾ ਉਹਨਾਂ ਨੂੰ ਇਹ ਦੱਸਦੇ ਹੈਗੇ ਨੇ ਵੀ ਉਹਨਾਂ ਦੇ ਹਿਸਾਬ ਦੇ ਨਾਲ ਜਾਂ ਉਹਨਾਂ ਦੇ ਆਈਡੀਆ ਦੇ ਮੁਤਾਬਕ ਸਰਦਾਰ ਹੁਕਮ ਸਿੰਘ ਪੰਜਾਬ ਦੀ ਮੁਖਾਲਫਤ ਕਰਨਗੇ। ਲੇਕਿਨ ਕੇਸ ਅਜਿਹਾ ਨਹੀਂ ਹੁੰਦਾ। ਪਾਰਲੀਮੈਂਟਰੀ ਕਮੇਟੀ ਆਪਣੀ ਰਿਪੋਰਟ ਸਿੱਧਾ ਪਾਰਲੀਮੈਂਟ ਨੂੰ ਸੌਂਪਦੀ ਹੈ। ਕੋਸ਼ਿਸ਼ਾਂ ਇਹ ਹੁੰਦੀਆਂ ਨੇ ਵੀ ਗੁਲਜ਼ਾਰੀ ਲਾਲ ਨੰਦਾ ਇੱਕ ਕੈਬਨਿਟ ਸਬ ਕਮੇਟੀ ਬਣਾਉਂਦੇ ਨੇ ਤੇ ਪਾਰਲੀਮੈਂਟਰੀ ਕਮੇਟੀ ਨੂੰ ਸਰਦਾਰ ਹੁਕਮ ਸਿੰਘ ਨੂੰ ਕਹਿੰਦੇ ਨੇ ਵੀ ਤੁਸੀਂ ਆਪਣੀ ਰਿਪੋਰਟ ਇਸ ਸਬ ਕਮੇਟੀ ਨੂੰ ਸੌਂਪੋ। ਲੇਕਿਨ ਉਹ ਨਹੀਂ ਹੁੰਦਾ। ਪਾਰਲੀਮੈਂਟਰੀ ਕਮੇਟੀ ਦੀ ਰਿਪੋਰਟ ਪਾਰਲੀਮੈਂਟ ਦੇ ਵਿੱਚ ਹੀ ਪੇਸ਼ ਹੁੰਦੀ ਹੈ, ਜਿਸ ਦੇ ਵਿੱਚ ਕਿ ਤਜਵੀਜ਼ ਇਹੀ ਹੁੰਦੀ ਹੈ ਵੀ ਪੰਜਾਬ ਨੂੰ ਹੁਣ ਇੱਕ ਪੰਜਾਬੀ ਭਾਸ਼ਾ ਉੱਤੇ ਆਧਾਰਿਤ ਸੂਬਾ ਬਣਾਤਾ ਜਾਵੇ। ਸੋ ਉਹ ਚੀਜ਼ ਜਿਸ ਲਈ ਕਿ ਇੱਕ ਬਹੁਤ ਲੰਬੀ ਚੌੜੀ ਲੜਾਈ ਤੇ ਸੰਘਰਸ਼ ਕੀਤਾ ਗਿਆ ਹੁੰਦਾ ਹੈ, ਉਹ ਚੀਜ਼ ਪੂਰੀ ਹੋਣ ਵਾਲੀ ਹੁੰਦੀ ਹੈ। ਲੇਕਿਨ ਇਸ ਦੇ ਬਾਅਦ ਵੀ ਜਾਂਦੇ ਜਾਂਦਿਆਂ ਗੁਲਜ਼ਾਰੀ ਲਾਲ ਨੰਦਾ ਜਿਹੜੇ ਹੁੰਦੇ ਨੇ ਉਹ ਇੱਕ ਐਸਾ ਪੇਚ ਫਸਾ ਦਿੰਦੇ ਨੇ, 3 ਵੱਖ-ਵੱਖ ਕਲੌਜ਼ ਜਿਹੜੇ ਹੈਗੇ ਨੇ ਉਹ ਇਸ ਰੀਆਰਗੇਨਾਈਜੇਸ਼ਨ ਐਕਟ ਦੇ ਤਹਿਤ ਪਾ ਦਿੰਦੇ ਨੇ। ਇੱਕ ਬਾਉਂਡਰੀ ਕਮਿਸ਼ਨ ਜਿਹੜਾ ਹੈ ਉਸ ਦੀ ਸਥਾਪਨਾ ਕਰਤੀ ਜਾਂਦੀ ਹੈ, ਜਿਸ ਦੀ ਕੋਈ ਲੋੜ ਨਹੀਂ ਹੁੰਦੀ, ਕਿਉਂਕਿ ਭੀਮ ਸੈਨ ਸੱਚਰ ਦਾ ਜਿਹੜਾ ਰੀਜਨਲ ਫਾਰਮੂਲਾ ਸੀ ਉਸ ਤਹਿਤ ਕਾਫੀ ਹੱਦ ਤੱਕ ਕਲੀਅਰ ਸੀ ਵੀ ਕਿਹੜੇ ਪੰਜਾਬੀ ਬੋਲਦੇ ਇਲਾਕੇ ਨੇ ਤੇ ਕਿਹੜੇ ਹਿੰਦੀ ਬੋਲਦੇ ਇਲਾਕੇ। ਉਸ ਤੋਂ ਬਾਅਦ ਜਿਹੜਾ ਰੀਜਨਲ ਫਾਰਮੂਲਾ 1955 ਦੇ ਵਿੱਚ 1956 ਦੇ ਵਿੱਚ ਆਇਆ ਸੀ, ਉਸ ਦੇ ਵਿੱਚ ਵੀ ਇਸ ਚੀਜ਼ ਉੱਤੇ ਕੋਈ ਕਿੰਤੂ ਪਰੰਤੂ ਜਾਂ ਕਿਸੇ ਪਾਰਟੀ ਨੂੰ, ਕਿਸੇ ਵੀ ਧਿਰ ਨੂੰ ਕੋਈ ਇਤਰਾਜ਼ ਨਹੀਂ ਸੀ। ਸਭ ਨੂੰ ਇਹ ਪਤਾ ਸੀ ਵੀ ਕਿਹੜੇ ਪੰਜਾਬੀ ਬੋਲਦੇ ਇਲਾਕੇ ਨੇ ਤੇ ਕਿਹੜੇ ਹਿੰਦੀ ਬੋਲਦੇ ਇਲਾਕੇ ਨੇ। ਲੇਕਿਨ ਇਸ ਦੇ ਬਾਵਜੂਦ ਇੱਕ ਬਾਉਂਡਰੀ ਕਮਿਸ਼ਨ ਬਣਾਤਾ ਜਾਂਦਾ ਹੈ। ਇੱਕ ਸੈਕਸ਼ਨ 78 ਤੇ 80 ਜਿਹੜਾ ਹੈ ਰੀਆਰਗੇਨਾਈਜੇਸ਼ਨ ਐਕਟ ਪੰਜਾਬ ਦਾ, ਉਸ ਨੂੰ ਇਨਕੋਰਪੋਰੇਟ ਕਰਤਾ ਜਾਂਦਾ ਹੈ, ਜਿਸ ਵਿੱਚ ਕਿ ਸਾਰਾ ਜਿਹੜਾ ਪਾਣੀ ਹੁੰਦੇ ਨੇ ਵਾਟਰ ਵਰਕਸ ਦੇ ਉੱਤੇ ਕੰਟਰੋਲ ਹੈ ਉਹ ਕੇਂਦਰ ਸਰਕਾਰ ਦਾ ਹੋਏਗਾ। ਜਦੋਂ ਕਿ ਇਹ ਜਿਹੜੀ ਤਜਵੀਜ਼ ਹੈ ਇਹ ਯਮੁਨਾ ਦੇ ਸੰਦਰਭ ਦੇ ਵਿੱਚ ਨਹੀਂ ਹੁੰਦੀ। ਹਰਿਆਣਾ ਦੇ ਕੋਲ ਯਮੁਨਾ ਦਾ ਕੰਟਰੋਲ ਹੁੰਦਾ, ਲੇਕਿਨ ਪੰਜਾਬ ਦੀ ਨਦੀਆਂ ਦਾ ਕੰਟਰੋਲ ਜਿਹੜਾ ਹੈ ਉਹ ਕੇਂਦਰ ਆਪਣੇ ਕੋਲ ਰੱਖੇਗਾ। ਸੋ ਇਸ ਕਿਸਮ ਦੀਆਂ 2 ਜਾਂ 3 ਐਸੀਆਂ ਘੁੰਡੀਆਂ ਜਾਂਦੇ ਜਾਂਦੇ ਗੁਲਜ਼ਾਰੀ ਲਾਲ ਨੰਦਾ ਫਸਾ ਜਾਂਦੇ ਨੇ, ਜਿਸ ਤੋਂ ਬਾਅਦ ਕਿ ਜਦੋਂ ਇਹ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1965 ਤੇ 1966 ਦੇ ਵਿੱਚ ਪਾਰਲੀਮੈਂਟ ਵੱਲੋਂ ਪਾਸ ਕੀਤਾ ਜਾਂਦਾ ਹੈ। ਬੇਸ਼ੱਕ ਫਿਰ ਉਸ ਵਕਤ ਇੰਦਰਾ ਗਾਂਧੀ ਦੀ ਸਰਕਾਰ ਹੁੰਦੀ ਹੈ, ਲਾਲ ਬਹਾਦੁਰ ਸ਼ਾਸਤਰੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਣਦੇ ਨੇ। ਇੰਦਰਾ ਗਾਂਧੀ ਨੂੰ ਵੀ ਪੰਜਾਬ ਦੇ ਕਾਂਗਰਸੀ ਆਗੂ ਜੋ ਕਿ ਹੁਣ ਤੱਕ ਇਹ ਸਮਝ ਚੁੱਕੇ ਹੁੰਦੇ ਨੇ ਵੀ ਇਸ ਵਕਤ ਪੰਜਾਬ ਦੀ ਹੋਂਦ ਜਾਂ ਪੰਜਾਬੀ ਭਾਸ਼ਾ ਬੇਸਡ ਇੱਕ ਸੂਬੇ ਦੀ ਹੋਂਦ ਦੀ ਮੁਖਾਲਫਤ ਦਾ ਕੋਈ ਜ਼ਿਆਦਾ ਵੱਡਾ ਕਾਰਨ ਨਹੀਂ। ਤੇ ਇਸੇ ਦੌਰਾਨ ਇੱਕ ਹਿੰਦੀ ਭਾਸ਼ੀ ਜਿਹੜੇ ਲੀਡਰ ਹੁੰਦੇ ਨੇ ਉਹ ਇੱਕ ਵੱਖਰੇ ਸੂਬੇ ਯਾਨੀ ਕਿ ਹਰਿਆਣਾ ਰਾਜ ਲਈ ਹੁਣ ਮੁਹਿੰਮ ਤੇਜ਼ ਕਰ ਚੁੱਕੇ ਹੁੰਦੇ ਨੇ, ਕਿਉਂਕਿ 1965 ਤੱਕ ਹਰਿਆਣਾ ਦੀ ਹੋਂਦ ਜਾਂ ਉਸ ਦੀ ਕਲਪਨਾ ਨਹੀਂ ਸੀ ਕੀਤੀ ਗਈ। ਮਸਲਾ ਐਡਾ ਹੀ ਸਮਝ ਵਿੱਚ ਆ ਰਿਹਾ ਸੀ। ਪਾਰਲੀਮੈਂਟਰੀ ਕਮੇਟੀ ਨੇ ਵੀ ਇਹੀ ਕਿਹਾ ਸੀ, ਜਿਹੜੀ ਪਾਰਲੀਮੈਂਟਰੀ ਕਮੇਟੀ ਸਰਦਾਰ ਹੁਕਮ ਸਿੰਘ ਦੀ ਸੀ, ਉਸਨੇ ਕਿਹਾ ਸੀ ਵੀ ਪੰਜਾਬੀ ਬੋਲੀ ਉੱਤੇ ਜਾਂ ਭਾਸ਼ਾ ਉੱਤੇ ਆਧਾਰਿਤ ਸੂਬਾ ਹੋਏਗਾ ਪੰਜਾਬ, ਤੇ ਇਸ ਦੇ ਨਾਲ ਦੇ ਕੁਝ ਹਿੰਦੀ ਬੋਲਦੇ ਇਲਾਕੇ ਹਿਮਾਚਲ ਦੇ ਵਿੱਚ ਮਰਜ ਕਰਤੇ ਜਾਣਗੇ ਤੇ ਕੁਝ ਇਲਾਕੇ ਜਿਹੜੇ ਹੈਗੇ ਨੇ ਉੱਤਰ ਪ੍ਰਦੇਸ਼ ਨੂੰ ਦਿੱਤੇ ਜਾਣਗੇ। ਲੇਕਿਨ ਦੱਸਿਆ ਜਾਂਦਾ ਵੀ ਅਖੀਰ ਦੇ ਵਿੱਚ ਇਹ ਜਿਹੜੀ ਇੱਕ ਹਿੰਦੀ ਲੌਬੀ ਸੀ ਜਿਸਨੇ ਕਿ ਹਰਿਆਣਾ ਦੇ ਇੱਕ ਵੱਖਰਾ ਸੂਬਾ ਬਣਾਏ ਜਾਣ ਦੀ ਮੁਹਿੰਮ ਨੂੰ ਸ਼ੁਰੂ ਕੀਤਾ, ਤੇ ਉਸੇ ਤਹਿਤ ਬਹੁਤ ਸੇ ਐਸੇ ਇਲਾਕੇ ਜਿਸ ਵਿੱਚ ਕਿ ਅੰਬਾਲਾ, ਕਰਨਾਲ, ਪਾਨੀਪਤ ਤੱਕ ਐਸੀ ਰੇਂਜ ਜਾਂਦੀ ਸੀ। ਈਵਨ ਸਰਸਾ ਦੇ ਬਹੁਤ ਸੇ ਇਲਾਕੇ ਸਨ ਜੋ ਕਿ ਪੰਜਾਬੀ ਬੋਲਦੇ ਇਲਾਕੇ ਸਨ,
ਲੇਕਿਨ ਬਾਅਦ ਦੇ ਵਿੱਚ ਬਾਉਂਡਰੀ ਕਮਿਸ਼ਨ ਬਣਾ ਕੇ ਜਾਂ ਫਿਰ ਇੱਕ ਹਰਿਆਣਾ ਵੱਖਰਾ ਸੂਬਾ ਬਣਾਏ ਜਾਣ ਦੀ ਮੰਗ ਨੂੰ 1965 ਤੋਂ ਬਾਅਦ ਚੁੱਕ ਕੇ ਇੱਕ ਐਸੀ ਸਿਚੁਏਸ਼ਨ ਤਿਆਰ ਕਰਤੀ ਕਿ ਜਿਸ ਤੋਂ ਬਾਅਦ ਕਿ ਜਦੋਂ ਬਾਉਂਡਰੀ ਜਾਂ ਸਰਹੱਦਾਂ ਵੰਡੀਆਂ ਗਈਆਂ ਪੰਜਾਬ ਦੀਆਂ ਤੇ ਹਰਿਆਣੇ ਦੀਆਂ, ਪਾਣੀਆਂ ਦੀ ਜਦੋਂ ਵੰਡ ਹੁੰਦੀ ਹੈ ਸੈਕਸ਼ਨ 78 ਤੇ 80, ਇਹ ਕੁਝ ਐਸੇ ਰਾਈਡਰ ਪਾਤੇ ਗਏ ਸੀ ਉਸ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ, ਜਿਸ ਤੋਂ ਬਾਅਦ ਕਿ ਪੰਜਾਬ ਦਾ ਹੋਰ ਨੁਕਸਾਨ ਹੋਇਆ ਤੇ ਜਿਸ ਤੋਂ ਬਾਅਦ ਇਹ ਪੰਜਾਬੀ ਸੂਬਾ ਮੂਵਮੈਂਟ ਜੋ ਕਿ ਲੱਗ ਰਿਹਾ ਸੀ ਵੀ ਪੰਜਾਬ ਦੇ ਬਣਨ ਨਾਲ ਖਤਮ ਹੋ ਜਾਏਗੀ, ਉਹ ਖਤਮ ਉਸ ਤਰੀਕੇ ਨਾਲ ਤਾਂ ਹੋ ਗਈ ਵੀ ਉਹ ਇੱਕ ਪੰਜਾਬੀ ਸੂਬੇ ਦੀ ਸਥਾਪਨਾ ਹੋ ਗਈ ਸੀ, ਜਿਸ ਨੂੰ ਆਪਾਂ ਸੂਬੀ ਵੀ ਕਈ ਰਿਪੋਰਟਾਂ ਦੇ ਵਿੱਚ ਕਹਿ ਕੇ ਸੰਬੋਧਨ ਕੀਤਾ ਹੈ। ਲੇਕਿਨ ਇੱਕ ਨਵੇਂ ਪੇਚ ਫਸ ਗਏ ਸਨ, ਉਹਨਾਂ ਲਈ ਨਵੀਆਂ ਮੂਵਮੈਂਟਾਂ ਸ਼ੁਰੂ ਹੋਈਆਂ। ਫਿਰ ਭਾਵੇਂ ਉਹ ਪੰਜਾਬ ਦੇ ਪਾਣੀਆਂ ਦੀ ਲੜਾਈ ਸੀ, ਭਾਵੇਂ ਉਹ ਚੰਡੀਗੜ੍ਹ ਟੈਰੀਟੋਰੀਅਲ ਡਿਸਪਿਊਟ ਸੀ, ਪੰਜਾਬ ਤੇ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਸੀ, ਇਹ ਸਾਰੀਆਂ ਲੜਾਈਆਂ ਜਿਹੜੇ ਸਟੇਟ ਇਸ਼ੂਜ਼ ਬਾਅਦ ਦੇ ਵਿੱਚ ਖੜੇ ਹੋਏ। ਇਸ ਦੇ ਬੀਜ ਜਿਹੜੇ ਸੀ ਉਹ ਵੀ ਜਾਂਦੇ ਜਾਂਦੇ ਕਾਂਗਰਸ ਦੀ ਲੀਡਰਸ਼ਿਪ ਗੁਲਜ਼ਾਰੀ ਨਾਲ ਨੰਦਾ ਇੰਦਰਾ ਗਾਂਧੀ ਵੱਲੋਂ ਬੋਤੇ ਗਏ ਸੀ ਤੇ ਬਾਅਦ ਦੇ ਵਿੱਚ ਇੰਦਰਾ ਗਾਂਧੀ ਨੇ ਅਰਲੀ 80s ਦੇ ਵਿੱਚ ਜਿਹੜੇ ਅਵਾਰਡ ਦਿੱਤੇ ਹਰਿਆਣਾ ਦੇ ਹੱਕ ਵਿੱਚ ਪੰਜਾਬ ਦੇ ਖਿਲਾਫ। ਫਿਰ ਉਸ ਤੋਂ ਬਾਅਦ ਜੋ ਕੁਝ ਹੋਇਆ ਜਾਂ ਉਸ ਤੋਂ ਪਹਿਲਾਂ ਹੀ ਜਿਹੜੀ ਗੱਲਬਾਤ ਸ਼ੁਰੂ ਹੋ ਚੁੱਕੀ ਸੀ, ਜਿਸ ਦਾ ਆਧਾਰ ਕਾਫੀ ਹੱਦ ਤੱਕ ਇਹੋ ਹੀ ਵਿਤਕਰਾ ਸੀ, ਜਿਸ ਦੀ ਕਿ ਗੱਲਬਾਤ ਪੰਜਾਬ ਦੀ ਅਕਾਲੀ ਲੀਡਰਸ਼ਿਪ ਹਮੇਸ਼ਾ ਕਰਦੀ ਰਹੀ, ਲੇਕਿਨ ਕਿਸੇ ਵੀ ਕਮਿਸ਼ਨ ਨੇ ਉਹਨਾਂ ਦੀ ਗੱਲਬਾਤ ਨੂੰ ਮੰਨਿਆ ਨਹੀਂ। ਲੇਕਿਨ ਜਦੋਂ ਉਹਨਾਂ ਨੂੰ ਪੰਜਾਬੀ ਸੂਬਾ ਮਿਲਿਆ ਉਸ ਦੌਰਾਨ ਵੀ ਉਸ ਦੇ ਨਾਲ ਕਈ ਵਧੀਕੀਆਂ ਹੋਈਆਂ, ਕਾਫੀ ਧੱਕਾ ਹੋਇਆ, ਕਾਫੀ ਇਲਾਕਾ ਜਿਹੜਾ ਸੀ ਉਹ ਬਣਦਾ ਹੱਕ ਨਹੀਂ ਸੀ ਹਰਿਆਣਾ ਦਾ, ਲੇਕਿਨ ਹਰਿਆਣੇ ਨੂੰ ਦੇ ਦਿੱਤਾ ਗਿਆ। ਸੋ ਉਹ ਸਾਰੀਆਂ ਗੱਲਾਂ ਬਾਤਾਂ ਨੂੰ ਅਗਲੀ ਰਿਪੋਰਟ ਦੇ ਦਾਇਰੇ ਦੇ ਵਿੱਚ ਲਾਂਗਾ ਮੈਂ। ਪਾਣੀਆਂ ਦੀ ਇੰਟਰ ਸਟੇਟ ਜਿਹੜੇ ਵਾਟਰ ਡਿਸਪਿਊਟਸ ਰਹੇ ਹੈਗੇ ਨੇ, SYL ਕੈਨਾਲ ਦਾ, ਪਾਣੀਆਂ ਦੀ ਵੰਡ ਦੇ ਮਸਲੇ, ਰਾਇਪੇਰੀਅਨ ਮਸਲੇ ਹੈਗੇ ਨੇ, ਤੇ ਇਸ ਦੇ ਨਾਲ ਹੀ ਚੰਡੀਗੜ੍ਹ ਨੂੰ ਲੈ ਕੇ ਸੰਘਰਸ਼ ਤੇ ਦਰਸ਼ਨ ਸਿੰਘ ਫੇਰੂਮਾਨ ਹੋਣਾ ਵੱਲੋਂ ਦਿੱਤੀ ਗਈ ਸ਼ਹਾਦਤ। ਇਹ ਸਾਰੀਆਂ ਗੱਲਾਂ ਬਾਤਾਂ ਅਗਲੀ ਰਿਪੋਰਟ ਦਾ ਹਿੱਸਾ ਹੋਣਗੀਆਂ। ਤੁਸੀਂ ਰਿਤੇਸ਼ ਲੱਖੀ ਅਨਪਲੱਗਡ ਨਾਲ ਜੁਟੇ ਰਹੋ ਤੇ ਸਾਡੀ ਇਹ ਸੀਰੀਜ਼ ਸਿੱਖ ਹੋਮਲੈਂਡ ਟੂ ਪੰਜਾਬੀ ਸੂਬਾ ਮੂਵਮੈਂਟ ਤੇ ਬਾਅਦ ਦੇ ਵਿੱਚ ਹੁਣ ਉਹ ਵਾਲੇ ਡਿਸਪਿਊਟਸ ਜਿਹੜੇ ਉੱਭਰੇ ਹੋਏ ਨੇ, ਜੋ ਅੱਜ ਤੱਕ ਆਊਟਸਟੈਂਡਿੰਗ ਨੇ, ਉਹਨਾਂ ਦੇ ਹੱਲ ਅੱਜ ਤੱਕ ਵੀ ਕੱਢੇ ਨਹੀਂ ਜਾ ਸਕੇ ਨੇ, ਉਹਨਾਂ ਉੱਤੇ ਆਉਣ ਵਾਲੇ ਦਿਨਾਂ ਵਿੱਚ ਰਿਪੋਰਟ ਲੈ ਕੇ ਹਾਜ਼ਰ ਫਿਰ ਹੋਵਾਂਗਾ। ਬਹੁਤ ਬਹੁਤ ਧੰਨਵਾਦ।